ਐਡਾ ਵੱਡਾ ਬਾਕਸਰ ਚੈਂਪੀਅਨ ਸੀ, ਕਿਸੇ ਨੇ ਆ ਕੇ ਉਹਨਾਂ ਦਾ ਹਾਲ ਨਹੀਂ ਪੁੱਛਿਆ। ਜਿਹੜੀਆਂ ਸਹੂਲਤਾਵਾਂ ਹੁੰਦੀਆਂ ਨੇ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਾਂ ਇੱਕ ਕੋਚ ਨੂੰ ਮਿਲਣੀਆਂ ਚਾਹੀਦੀਆਂ ਨੇ ਕਿ ਜਿਉਂਦੇ ਜਿਉਂ ਮਿਲੀਆਂ ਸਨ। ਬਾਕਸਿੰਗ ਦੇ ਵਿੱਚ ਤੁਸੀਂ ਅੱਜ ਕਰੈਕਟਰ ਦੀ ਗੱਲ ਕਰ ਲਓ, ਸਾਰੇ ਸਚਿਨ ਤੇਂਦੁਲਕਰ ਬਾਰੇ ਜਾਣਦੇ ਆ, MS ਧੋਨੀ ਬਾਰੇ ਜਾਣਦੇ ਆ। ਬਾਕਸਿੰਗ ਦੇ ਵਿੱਚ ਤੁਸੀਂ ਕੱਢ ਕੇ ਤਾਂ ਵੇਖੋ ਕਿਹੜਾ ਕੋਈ ਮੈਨੂੰ ਕੋਈ ਇੱਕ ਬੰਦਾ ਵੀ ਕਹਿ ਦੇਵੇ ਵੀ ਕਿਹੜੇ ਬਾਕਸਰ ਨੂੰ ਕੌਣ ਜਾਣਦਾ ਵਾ। ਕਾਫੀ ਰਿਸ਼ਤੇਦਾਰਾਂ ਨੂੰ ਇਹ ਨਹੀਂ ਪਤਾ ਸੀ ਕਿ ਕਰੋਨਾ ਵਾਇਰਸ ਪੋਜ਼ਿਟਿਵ ਆਇਆ ਤਾਂ ਮੌਤ ਹੋਈ ਹੈ ਜਾਂ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ। ਹੁਣ ਤੁਸੀਂ ਆਪਾਂ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ, ਹੁਣ ਜੋ ਤੁਸੀਂ ਮਰਜ਼ੀ ਲਾ ਲਓ। ਜਦੋਂ ਕਰੋਨਾ ਪੋਜ਼ਿਟਿਵ ਰਿਪੋਰਟ ਆ ਗਈ ਕਿਸੇ ਹਸਪਤਾਲ ਨੇ, ਇੰਨੀ ਸ਼ਰਮ ਵਾਲੀ ਗੱਲ, ਹਸਪਤਾਲ ਆਉਣਾ ਆਪਣੇ ਜਿੰਨੇ ਵੀ ਹਸਪਤਾਲ ਹਸਪੀਟਲ ਆ ਉਹਨਾਂ ਨੇ ਐਡਮਿਟ ਕਰਨ ਤੋਂ ਮਨਾ ਕਰਤਾ। ਬਠਿੰਡੇ ਦੇ ਜਿੰਨੇ ਹਸਪੀਟਲ ਆ, ਵੱਡੀ ਬੇਟੀ ਨੂੰ ਮੈਂ ਮਿਲਿਆ ਵਾਂ ਤੇ ਮੇਰੀ ਧਾਰ ਨਿਕਲ ਗਈ ਜਦੋਂ ਉਹਨੇ ਕਿਹਾ ਵੀ ਪਾਪਾ ਮੇਰੇ ਕਿੱਥੇ ਨੇ। ਬੱਚਿਆਂ ਨੂੰ ਕੀ ਸਮਝਾਈਏ ਵੀ ਕਿੱਧਰ ਗਏ। ਮਤਲਬ ਇੰਨਾ ਕੁ ਮਹਿਸੂਸ ਹੋ ਰਿਹਾ ਜੇ ਸਾਨੂੰ ਪਤਾ ਜਾਂ ਰੱਬ ਨੂੰ ਪਤਾ। ਹਾਂ, ਸਾਨੂੰ ਘਾਟ ਭਰਾ ਦੀ ਪੈ ਗਈ ਆ, ਜਿਹੜੀ ਮਾਂ ਨੂੰ ਪੁੱਤ ਨਹੀਂ ਮਿਲਣਾ ਤੇ ਜਿਹੜੀ ਵਾਈਫ ਆ ਉਹਨੂੰ ਘਰ ਵਾਲਾ ਨਹੀਂ ਮਿਲਣਾ। ਸਾਡੇ ਖੇਡ ਮੰਤਰੀ ਜਾਣਦੇ ਹੋਣਗੇ ਕਿ ਕੋਈ ਗਗਨਦੀਪ ਖਿਡਾਰੀ ਸੀਗਾ, ਉਹ ਇਸ ਦੁਨੀਆ 'ਚ ਨਹੀਂ ਰਿਹਾ। ਉਹਦੇ ਪਰਿਵਾਰ ਦੀ ਇਸ ਵੇਲੇ ਕੀ ਹਾਲਤ ਹੈ? ਤੁਸੀਂ ਖੇਡ ਮੰਤਰੀ ਕੋਈ ਵੀ ਆਪਣਾ, ਚਾਹੇ ਸੈਂਟਰ ਦਾ ਚਾਹੇ ਪੰਜਾਬ ਗੌਰਮੈਂਟ ਦਾ, ਉਹ ਤੋਂ 5 ਬਾਕਸਰਾਂ ਦੇ ਨਾਂ ਹੀ ਪੁੱਛ ਕੇ ਦੱਸ ਦਿਓ, ਬੈਸਟ ਬਾਕਸਰਾਂ ਦੇ। ਸਾਡਾ ਤਾਂ ਭਰਾ ਬੈਸਟ ਬਾਕਸਰ ਸੀ ਪੰਜਾਬ ਦਾ। ਕੋਈ MLA ਕੋਈ MP ਆ ਕੇ ਸਾਰ ਨਹੀਂ ਲੈ ਕੇ ਗਿਆ। ਇਹਨਾਂ ਨੂੰ ਕੀ ਲੋੜ ਹੈ MLA MPਆਂ ਨੂੰ ਸਾਰ ਲੈਣ ਦੀ? ਕਿਸੇ ਵੀ ਪਾਰਟੀ ਦਾ ਵਾ ਚਾਹੇ ਉਹ। ਸਰਕਾਰਾਂ ਦੀਆਂ ਆਵਾਜ਼ਾਂ ਨਹੀਂ ਕੰਬਦੀਆਂ। ਇਹ ਝੂਠ ਵੀ ਬੋਲ ਲੈਂਦੇ ਨੇ ਤਾਂ ਵੀ ਆਵਾਜ਼ਾਂ ਨਹੀਂ ਕੰਬਦੀਆਂ, ਗਲਤ ਕੰਮ ਵੀ ਹੋ ਰਿਹਾ ਹੁੰਦਾ ਤਾਂ ਵੀ ਇਹਨਾਂ ਦੇ ਹੱਥ ਨਹੀਂ ਕੰਬਦੇ। ਸਰਕਾਰਾਂ ਦੇ ਸਿਰ ਤੇ ਜੂੰ ਨਹੀਂ ਛਟਕਦੀ। ਉਹਨਾਂ ਨੂੰ ਕੀ ਹੋਇਆ? ਜੇ ਤੁਸੀਂ ਦੇਖਿਆ ਕਿਸੇ MP ਦਾ ਪੁੱਤ ਫੌਜ ਦੇ ਵਿੱਚ ਆ? ਤੁਸੀਂ ਕਦੇ ਦੇਖਿਆ ਕਿਸੇ MLA ਦਾ ਕੋਈ ਸਰਕਾਰੀ ਅਫਸਰ ਆ, ਕੋਈ ਬੰਦਾ ਜਿਹੜਾ ਫੌਜ ਦੇ ਵਿੱਚ? ਕਦੇ ਸੁਣਿਆ ਕਿਤੇ ਅੱਜ ਤੱਕ ਵੀ ਫੌਜੀ ਹੈ ਕਿਸੇ MP ਦਾ ਜਾਂ MLA ਦਾ ਪੁੱਤ ਜਾਂ ਕਿ ਇਹਨਾਂ ਦਾ ਪੁੱਤ? ਕਿਤੇ ਇਹਨਾਂ ਦਾ ਤਾਂ ਆਕਸਫੋਰਡ ਯੂਨੀਵਰਸਿਟੀ ਲੰਡਨ ਪੜ੍ਹਦੇ ਆ ਬੱਚੇ ਇਹਨਾਂ ਨੂੰ ਕੀ ਮਤਲਬ? ਇਹ ਰੋਟੀਆਂ ਸੇਕਦੇ ਆ, ਉਹ ਜਿਹੀ ਆਪਣੀ ਜਨਤਾ ਵਾ ਜਿਹੜੀ ਪਿੱਛੇ ਲੱਗ ਜਾਂਦੀ ਇਹਨਾਂ ਦੇ। ਬੀਤੇ ਦਿਨੀ ਮੁੱਕੇਬਾਜ਼ ਗਗਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ। ਬਹੁਤ ਸਾਰੀਆਂ ਹੋਰ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ। ਕਿਹਾ ਜਾਂਦਾ ਹੈ ਕਿ ਉਹ ਕਰੋਨਾ ਪੋਜ਼ਿਟਿਵ ਸਨ। ਗਗਨਦੀਪ ਸਿੰਘ ਨੇ ਤਕਰੀਬਨ 30 ਸਾਲ ਯਾਨੀ ਕਿ 3 ਦਹਾਕੇ ਬਾਕਸਿੰਗ ਨੂੰ ਦਿੱਤੇ ਨੇ। 20 ਸਾਲ ਉਹਨਾਂ ਨੇ ਬਾਕਸਿੰਗ ਕੀਤੀ ਹੈ, 10 ਸਾਲ ਤੋਂ ਉਹ ਕੋਚਿੰਗ ਦੇ ਰਹੇ ਸਨ। ਪਰ ਗਗਨਦੀਪ ਸਿੰਘ ਦੀ ਮੌਤ ਤੋਂ ਬਾਅਦ ਗਗਨਦੀਪ ਸਿੰਘ ਦੇ ਪਰਿਵਾਰ ਦਾ ਹਾਲ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਨਾ ਹੀ ਪ੍ਰਸ਼ਾਸਨਿਕ ਅਧਿਕਾਰੀ, ਸਾਡੇ ਵੱਡੇ ਵੱਡੇ ਲੀਡਰ ਜੋ ਵੱਡੇ ਵੱਡੇ ਦਾਅਵੇ ਕਰਦੇ ਨੇ ਖਿਡਾਰੀਆਂ ਨੂੰ ਲੈ ਕੇ। ਕਿਹਾ ਜਾਂਦਾ ਹੈ ਕਿ ਖੇਡ ਦਾ ਪੱਧਰ ਉੱਚਾ ਚੁੱਕਣ ਦੇ ਲਈ ਪ੍ਰਸ਼ਾਸਨ ਬਹੁਤ ਕੁਝ ਕਰ ਰਹੀ ਹੈ। ਖਿਡਾਰੀਆਂ ਨੂੰ ਸਹੂਲਤਾਵਾਂ ਦੇਣ ਦੇ ਲਈ ਨਾ ਹੀ ਜਿਉਂਦੇ ਜੀ ਤੇ ਨਾ ਹੀ ਮਰਨ ਤੋਂ ਬਾਅਦ ਖਿਡਾਰੀਆਂ ਤੱਕ ਉਹ ਸਹੂਲਤਾਂ ਪਹੁੰਚਦੀਆਂ ਨੇ। ਤਾਂ ਮੇਰੇ ਨਾਲ ਇਸ ਵੇਲੇ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਮੌਜੂਦ ਨੇ। ਇਹਨਾਂ ਤੋਂ ਜਾਣ ਲੈਂਦੇ ਹਾਂ ਕਿ ਗਗਨਦੀਪ ਸਿੰਘ ਦੀ ਮੌਤ, ਕਿਉਂਕਿ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਸਨ, ਕਰੋਨਾ ਨੂੰ ਜੋੜਿਆ ਜਾ ਰਿਹਾ ਸੀ ਉਹਨਾਂ ਦੀ ਮੌਤ ਦੇ ਨਾਲ। ਮੌਤ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਹੈ, ਕਰੋਨਾ ਵਾਇਰਸ ਪੋਜ਼ਿਟਿਵ ਆਉਣ ਤੋਂ ਬਾਅਦ ਹੋਈ ਹੈ। ਇਸ ਗੱਲ ਦੀ ਸਭ ਤੋਂ ਪਹਿਲਾਂ ਪੁਸ਼ਟੀ ਕਰ ਲੈਂਦੇ ਹਾਂ। ਵਿਜੇ ਜੀ, ਤੁਹਾਡੇ ਕੀ ਲੱਗਦੇ ਸਨ ਗਗਨਦੀਪ? ਗਗਨਦੀਪ ਜੀ ਮੇਰੇ ਮਾਸੀ ਜੀ ਦੇ ਬੇਟੇ ਸਨ, ਜੋ ਕਿ ਮੇਰੇ ਤੋਂ 5 ਸਾਲ ਵੱਡੇ ਸਨ। 40 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਬਹੁਤ ਜ਼ਿਆਦਾ ਮਾੜਾ ਹੋਇਆ। ਇਸ ਤੋਂ ਮਾੜਾ ਪਰਿਵਾਰ ਚ ਉਹਨਾਂ ਦੀ ਡੈਥ ਹੋਈ ਨੂੰ ਅੱਜ 1 ਹਫ਼ਤਾ ਹੋ ਗਿਆ ਵਾ। 1 ਹਫ਼ਤੇ ਤੋਂ ਬਹੁਤ ਬੁਰਾ ਹਾਲ ਆ ਪਰਿਵਾਰ ਦਾ। ਸਾਡੇ ਪਰਿਵਾਰ ਦਾ ਵੀ। ਮਾਸੀ ਦਾ ਪੁੱਤ ਜਿਹੜਾ ਵੱਡਾ ਭਰਾ ਹੋਵੇ ਗੱਲ ਇੱਕੋ ਹੁੰਦੀ ਆ। ਮਾਸੀ ਦੇ ਪੁੱਤ 'ਚ ਵਾਲਾ ਫਰਕ ਨਹੀਂ ਸਮਝਿਆ ਜਾਂਦਾ। ਅੱਜ ਵੀ 1 ਹਫ਼ਤਾ ਹੋ ਗਿਆ, ਸਾਡੇ ਅੱਖਾਂ ਸਾਹਮਣੇ ਉਹੀ ਘੁੰਮੀ ਜਾਂਦਾ ਵੱਡਾ ਭਰਾ ਸਾਡਾ। ਐਡਾ ਵੱਡਾ ਬਾਕਸਰ ਚੈਂਪੀਅਨ ਸੀ, ਕਿਸੇ ਨੇ ਆ ਕੇ ਉਹਨਾਂ ਦਾ ਹਾਲ ਨਹੀਂ ਪੁੱਛਿਆ। 3 ਦਹਾਕੇ ਉਹਨਾਂ ਨੇ ਬਾਕਸਿੰਗ ਨੂੰ ਦਿੱਤੇ ਨੇ। ਹਾਂਜੀ, 1990 ਦੇ ਵਿੱਚ ਉਹਨਾਂ ਨੇ ਬਾਕਸਿੰਗ ਖੇਡਣੀ ਸ਼ੁਰੂ ਕੀਤੀ ਸੀਗੀ, ਜਿਹੜਾ ਕਿ ਉਹਨਾਂ ਨੇ ਸ਼ਹੀਦ ਊਧਮ ਸਿੰਘ ਕਲੱਬ ਬਾਕਸਿੰਗ ਸੁਨਾਮ ਦੇ ਰਹਿਣ ਵਾਲੇ ਸੀ ਬ੍ਰਦਰ ਹੋਣੀ। ਤੇ ਉਹਨਾਂ ਨੇ ਸਭ ਤੋਂ ਪਹਿਲਾਂ 1990 ਦੇ ਵਿੱਚ ਸ਼ੁਰੂ ਕੀਤੀ ਸੀਗੀ ਤੇ 20 ਸਾਲ ਉਹਨਾਂ ਨੇ ਮਤਲਬ ਬਾਕਸਿੰਗ ਖੇਡੀ ਆ। ਪਿਛਲੇ 10 ਸਾਲ ਤੋਂ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਸਪੋਰਟਸ ਅਫਸਰ ਦੇ ਤੌਰ ਤੇ ਡਾਕਟਰ ਗਗਨਦੀਪ ਤਲਵਾਰ ਬਠਿੰਡੇ ਕੋਚਿੰਗ ਦੇ ਰਹੇ ਸੀਗੇ ਬਾਕਸਿੰਗ ਦੀ ਵੀ, ਤੇ ਨਾਲ ਸੈਂਟਰਲ ਯੂਨੀਵਰਸਿਟੀ ਦੀਆਂ ਸੇਵਾਵਾਂ ਦੇ ਰਹੇ ਸੀਗੇ। ਜਿਸ ਦੌਰਾਨ ਉਹ ਖੇਡਦੇ ਸਨ, ਬਾਕਸਿੰਗ ਕਰਦੇ ਰਹੇ ਨੇ ਜਾਂ ਕੋਚਿੰਗ ਦਿੰਦੇ ਰਹੇ ਨੇ, ਜਿਹੜੀਆਂ ਸਹੂਲਤਾਵਾਂ ਹੁੰਦੀਆਂ ਨੇ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਾਂ ਇੱਕ ਕੋਚ ਨੂੰ ਮਿਲਣੀਆਂ ਚਾਹੀਦੀਆਂ ਨੇ, ਕਿ ਜਿਉਂਦੇ ਜਿਉਂ ਮਿਲੀਆਂ ਸਨ? ਉਦੋਂ ਮੈਡਮ 1990 ਦੇ ਵਿੱਚ ਕੋਈ ਐਡਾ ਧਿਆਨ ਨਹੀਂ ਸੀ ਦਿੰਦਾ ਕੋਈ ਖੇਡਾਂ ਪ੍ਰਤੀ। ਜੇ ਆਪਾਂ ਦੇਖਿਆ ਜਾਵੇ ਤਾਂ ਪਿਛਲੇ 10 ਸਾਲ ਤੋਂ ਹੀ ਲੋਕੀ ਧਿਆਨ ਦੇਣ ਲੱਗੇ ਖੇਡਾਂ ਪ੍ਰਤੀ। ਬਾਕਸਿੰਗ ਦੇ ਵਿੱਚ ਤੁਸੀਂ ਅੱਜ ਕਰੈਕਟਰ ਦੀ ਗੱਲ ਕਰ ਲਓ, ਸਾਰੇ ਸਚਿਨ ਤੇਂਦੁਲਕਰ ਬਾਰੇ ਜਾਣਦੇ ਆ, MS ਧੋਨੀ ਬਾਰੇ ਜਾਣਦੇ ਆ। ਬਾਕਸਿੰਗ ਦੇ ਵਿੱਚ ਤੁਸੀਂ ਕੱਢ ਕੇ ਤਾਂ ਵੇਖੋ ਕਿਹੜਾ ਕੋਈ ਮੈਨੂੰ ਕੋਈ ਇੱਕ ਬੰਦਾ ਵੀ ਕਹਿ ਦੇਵੇ ਵੀ ਕਿਹੜੇ ਬਾਕਸਰ ਨੂੰ ਕੌਣ ਜਾਣਦਾ ਵਾ। ਜਿੱਦਾਂ ਦੀ ਆਪਣੇ ਦਿਮਾਗ ਦੇ ਵਿੱਚ ਗੱਲ ਬੈਠੀ ਹੁੰਦੀ ਆ, ਆਪਾਂ ਉੱਦਾਂ ਦੇ ਉਹ ਪ੍ਰਤੀ ਜਾਂ ਹਾਕੀ ਨੂੰ ਜਾਣਦੇ ਆ। ਬਾਕਸਿੰਗ ਨੂੰ ਕੋਈ ਬਾਹਲੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਪਰ ਆਪਣਾ ਭਰਾ 1990 ਤੋਂ ਸ਼ੁਰੂ ਹੋ ਗਿਆ ਸੀਗਾ। ਸਭ ਤੋਂ ਪਹਿਲਾਂ ਜਿਹੜਾ ਪਹਿਲਾ ਮੈਚ ਸੀਗਾ
ਇਹਨੇ ਸੰਗਰੂਰ ਖੇਡਿਆ, ਸੰਗਰੂਰ ਤੋਂ ਬਾਅਦ ਫਿਰ ਬਠਿੰਡੇ ਖੇਡਿਆ ਜਿੱਥੇ ਵੀ 골ਡ ਮੈਡਲ ਜਿੱਤਿਆ ਇਸਨੇ। ਫਿਰ ਪੰਜਾਬ ਬੈਸਟ ਬਾਕਸਰ ਵੀ ਨਿਕਲੇ ਸੀ, ਬੈਸਟ ਬਾਕਸਰ ਨਿਕਲੇ ਸੀਗੇ ਉਸ ਦੇ ਵਿੱਚ। ਉਹ 91 ਦੇ ਵਿੱਚ, ਫਿਰ ਉਸ ਤੋਂ ਬਾਅਦ 1992 ਦੇ ਵਿੱਚ ਫਿਰ ਇਹਨੂੰ 골ਡ ਮੈਡਲਿਸਟ ਸੀਗਾ ਇਹ। ਉਸ ਤੋਂ ਬਾਅਦ ਇਹਨੇ ਮੀਨਸ ਆਪਣੇ ਨੈਸ਼ਨਲ ਵੀ ਖੇਡਿਆ ਵਾ। ਕਿਉਂਕਿ ਹੁਣ ਮੇਰੀ ਉਮਰ ਤਾਂ ਵੀਰ ਨਾਲੋਂ ਛੋਟੀ ਆ, ਠੀਕ ਆ। ਮੈਂ ਇੰਨਾ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਮੈਂ ਤੁਹਾਨੂੰ ਉਹੀ ਦੇ ਸਕਦਾ ਵਾ। ਮਤਲਬ ਜਦੋਂ ਮੌਤ ਹੋਈ ਹੈ ਲੋਕਾਂ ਨੇ ਇਹ ਕਿਹਾ, ਕਾਫੀ ਰਿਸ਼ਤੇਦਾਰਾਂ ਨੂੰ ਇਹ ਨਹੀਂ ਪਤਾ ਸੀ ਕਿ ਕਰੋਨਾ ਵਾਇਰਸ ਪੋਜ਼ਿਟਿਵ ਆਇਆ ਤਾਂ ਮੌਤ ਹੋਈ ਹੈ ਜਾਂ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੈ। ਹੁਣ ਤੁਸੀਂ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ। ਹੁਣ ਜੋ ਤੁਸੀਂ ਮਰਜ਼ੀ ਲਾ ਲਓ, ਤੁਸੀਂ ਚਾਹੇ ਕਰੋਨਾ ਪੋਜ਼ਿਟਿਵ ਨਾਲ ਲਾ ਲਓ, ਜਿੱਦਾਂ ਮਰਜ਼ੀ ਲਾ ਲਓ, ਪਰ ਜਿਹੜਾ ਸਾਡੇ ਭਰਾ ਦੀ ਤਾਂ ਕਮੀ ਕੋਈ ਨਹੀਂ ਪੂਰੀ ਕਰ ਸਕਦਾ। ਜਿਹੜਾ ਸਾਡਾ ਵੱਡਾ ਭਰਾ ਸੀਗਾ, ਜਿਹਤੋਂ ਸਾਡਾ ਸਾਰਾ ਪਰਿਵਾਰ ਉੱਥੋਂ ਚੱਲਦਾ ਸੀਗਾ। ਤੇ 10 ਦਿਨ ਪਹਿਲਾਂ ਕਰੋਨਾ ਪੋਜ਼ਿਟਿਵ ਆਈ ਆ ਰਿਪੋਰਟ, ਠੀਕ ਆ। ਜਦੋਂ ਕਰੋਨਾ ਪੋਜ਼ਿਟਿਵ ਰਿਪੋਰਟ ਆ ਗਈ ਹੈ ਕਿਸੇ ਹਸਪਤਾਲ ਨੇ, ਇੰਨੀ ਸ਼ਰਮ ਵਾਲੀ ਗੱਲ ਆ, ਹਸਪਤਾਲ ਆਉਣਾ ਆਪਣੇ ਜਿੰਨੇ ਵੀ ਹਸਪਤਾਲ ਹਸਪੀਟਲ ਆ ਉਹਨਾਂ ਨੇ ਐਡਮਿਟ ਕਰਨ ਤੋਂ ਮਨਾ ਕਰਤਾ। ਬਠਿੰਡੇ ਦੇ ਜਿੰਨੇ ਹਸਪੀਟਲ ਆ, ਇਹਨਾਂ ਦੀ ਵੱਡੀ ਸਿਸਟਰ ਨੇ, ਠੀਕ ਆ, ਉਹ ਫੋਰਨ ਨੇ, ਉਹਨਾਂ ਨੂੰ ਅਸੀਂ ਕਾਲ ਕੀਤੀ, ਉਹਨਾਂ ਨੇ ਕਿਸੇ ਡਾਕਟਰ ਨੂੰ ਕਾਲ ਕੀਤੀ, ਉਸ ਤੋਂ ਕਾਲ ਕਰਵਾ ਕੇ ਇੱਕ ਸਪੋਰਟਸ ਜਿਹਨੇ ਇੰਟਰਨੈਸ਼ਨਲ ਖੇਡਿਆ ਹੋਵੇ ਉਹਦੇ ਲਈ ਹਸਪਤਾਲ ਦੇ ਵਿੱਚ ਜਗ੍ਹਾ ਹੈ ਨਹੀਂ, ਕਿਤੇ ਉਹਨੂੰ ਪਾਉਣ ਲਈ ਜਗ੍ਹਾ ਹੈ ਨਹੀਂ। ਜੋ ਕੀ ਹੋਇਆ, ਕਰੋਨਾ ਪੋਜ਼ਿਟਿਵ ਸਾਰੀ ਦੁਨੀਆ ਆਉਂਦੀ ਆ, ਨੈਗੇਟਿਵ ਵੀ ਹੋ ਜਾਂਦਾ ਹੌਲੀ ਹੌਲੀ ਸਭ ਕੁਝ ਕਹਿ ਖਾ ਕੇ ਉਹ ਬੰਦੇ ਨੂੰ ਅਸੀਂ ਦਾਖਲ ਕਰਵਾਇਆ ਆਪਣੇ ਵੀਰ ਨੂੰ। ਤੇ ਉੱਥੇ 10 ਦਿਨਾਂ ਬਾਅਦ ਉਹਨੂੰ ਛੁੱਟੀ ਹੋ ਗਈ ਆ। ਸ਼ਾਮ ਨੂੰ 5 ਵਜੇ ਉਹ ਘਰ ਆਇਆ ਵਾ। ਵੀਕਨੈਸ ਇੰਨੀ ਆ ਚੁੱਕੀ ਸੀ, ਬਹੁਤ ਜ਼ਿਆਦਾ ਵੀਕਨੈਸ ਆ ਚੁੱਕੀ ਸੀ। ਸ਼ਾਮ ਨੂੰ 8:30 ਵਜੇ ਉਹਨੇ ਖਿਚੜੀ ਖਾਧੀ ਆ, ਮਾਸੀ ਜੀ ਨੇ ਬਣਾ ਕੇ ਦਿੱਤੀ ਆ। ਉਸ ਦੇ ਨਾਲ ਸਾਡਾ ਭਾਣਜਾ ਜਤਿਨ, ਆਪਣਾ ਭਾਣਜਾ ਉਹਦੇ ਕੋਲ ਸੀ, ਉਹਦੇ ਟੇਕ ਕੇਅਰ ਲਈ ਛੱਡਿਆ ਹੋਇਆ ਸੀਗਾ, ਠੀਕ ਆ। ਪਰਿਵਾਰ ਸਾਰਾ ਉਹਦੇ ਕੋਲ ਸੀਗਾ। ਸ਼ਾਮ ਨੂੰ 8:30 ਵਜੇ ਕਹਿੰਦਾ ਮੈਨੂੰ ਹੁਣ ਆਰਾਮ ਕਰ ਲੈਣ ਦਿਓ। ਆਰਾਮ ਕਰਨ ਦੇ ਵਿੱਚ ਲੇਟਿਆ ਵਾ 12 ਵਜੇ। ਉਸ ਤੋਂ ਬਾਅਦ ਜਤਨ ਨੇ ਫਿਰ ਪੁੱਛਿਆ ਮਾਮਾ ਜੀ ਤੁਸੀਂ ਕਿਵੇਂ ਹੋ? ਉਹਨੇ ਦੱਸਿਆ ਵੀ ਮੈਂ ਠੀਕ ਆ, ਮੈਨੂੰ ਆਰਾਮ ਕਰਨ ਦਿਓ। 2 ਵਜੇ ਉਹਨੇ ਫਿਰ ਉੱਠ ਕੇ ਵੇਖਿਆ ਤੇ 2 ਵਜੇ ਭਾਜੀ ਦੀ ਡੈਥ ਹੋ ਚੁੱਕੀ ਸੀਗੀ। ਉਹ ਆਖਰੀ ਪਲ ਜਿਹੜੇ ਸਾਨੂੰ ਤਕਲੀਫ ਦੇ ਵਿੱਚ ਨਿਕਲੇ ਨੇ। ਹਾਂਜੀ, ਆਖਰੀ ਪਲ ਉਹਨੂੰ ਸਾਹ ਦੀ ਥੋੜ੍ਹੀ ਜਿਹੀ ਪ੍ਰੋਬਲਮ ਮਹਿਸੂਸ ਹੋ ਰਹੀ ਸੀਗੀ ਵੀ ਮੈਨੂੰ ਸਾਹ ਦੀ ਪ੍ਰੋਬਲਮ ਜੀ ਆ, ਆਕਸੀਜਨ ਜਿਵੇਂ ਕਮੀ। ਜੇ ਉਹ ਠੀਕ ਨਹੀਂ ਸੀ ਹਸਪੀਟਲ ਨੇ ਛੁੱਟੀ ਕਿਉਂ ਦਿੱਤੀ? ਜੇ ਉਹ ਠੀਕ ਨਹੀਂ ਸੀਗਾ ਹਸਪੀਟਲ ਹੋਰ ਰੱਖਦਾ, 10 ਦਿਨ ਤੋਂ ਰੱਖਿਆ ਹੋਇਆ ਸੀਗਾ। ਉਸ ਤੋਂ ਪਹਿਲਾਂ ਜਦੋਂ ਪੋਜ਼ਿਟਿਵ ਆਉਣ ਤੋਂ ਪਹਿਲਾਂ ਸਾਡੇ ਮਾਸੀ ਜੀ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਸੀ, ਉਹਨਾਂ ਨੂੰ ਮੀਨਸ ਹਸਪੀਟਲ ਸੀਗੇ ਉਹ, ਠੀਕ ਆ, ਉਹਨਾਂ ਦੇ ਆਪਰੇਟ ਹੋਇਆ ਸੀ ਕੋਈ। ਉਸ ਤੋਂ ਪਹਿਲਾਂ ਵੀਰਾ ਹੀ ਸੀ ਉਹਨਾਂ ਦੇ ਕੋਲ, ਵੀਰਾ ਹੀ ਦੇਖਭਾਲ ਕਰਦਾ ਸੀਗਾ। ਤੇ ਉੱਥੇ ਕਿਸੇ ਨੂੰ ਸ਼ਾਇਦ ਖੂਨ ਦੀ ਵੀ ਲੋੜ ਪਈ ਆ, ਉੱਥੇ ਇਹਨੇ 2 ਬੋਤਲਾਂ ਖੂਨ ਦੀਆਂ ਵੀ ਦਿੱਤੀਆਂ ਵਾ। ਅਜਨਬੀ ਨੂੰ? ਹਾਂਜੀ, ਅਜਨਬੀ ਨੂੰ, ਸਾਨੂੰ ਨਹੀਂ ਪਤਾ ਕਿਹਨੂੰ ਦਿੱਤੀਆਂ ਵਾ। ਉਹ ਕਹਿੰਦੇ ਖੂਨ ਦੀ ਜ਼ਰੂਰਤ ਆ, ਇਹਨੇ ਸਾਨੂੰ ਦੱਸਿਆ ਨਹੀਂ ਕਿਸੇ ਨੂੰ ਵੀ ਮੈਂ ਖੂਨ ਦਿੱਤਾ ਵਾ। ਉੱਥੇ ਇਹਨੇ 2 ਬੋਤਲਾਂ ਖੂਨ ਦੀਆਂ ਵੀ ਦਿੱਤੀਆਂ। ਖੂਨ ਦੇਣ ਤੋਂ ਬਾਅਦ ਜੋ ਡਾਈਟ ਆ ਉਨੀ ਇਹਨੂੰ ਮਿਲੀ ਨਹੀਂ ਹੈਗੀ। 7-8 ਦਿਨ ਮਾਸੀ ਜੀ ਪਿੱਛੇ ਜਾਂਦਾ ਰਿਹਾ ਹਸਪੀਟਲ ਹੀ। ਤੇ ਰੱਬ ਜਾਣਦਾ ਉੱਥੋਂ ਹੀ ਇਹਨੂੰ ਵਾਇਰਲ ਹੋ ਗਿਆ, ਬੁਖਾਰ ਹੋ ਗਿਆ ਸੀਗਾ। ਬੁਖਾਰ ਹੋਣ ਤੋਂ ਬਾਅਦ ਲੋਕਲ ਡਾਕਟਰਾਂ ਕੋਲ ਜਾਈ ਗਿਆ, ਕਿਉਂਕਿ ਮਾਸੀ ਜੀ ਸੀਗੇ ਐਡਮਿਟ ਸੀਗੇ, ਮਾਸੀ ਜੀ ਐਡਮਿਟ ਸੀਗੇ। ਉਹ ਲੋਕਲ ਡਾਕਟਰਾਂ ਤੋਂ ਇਹਨਾਂ ਨੇ ਜੋ ਵੀ ਕੁਛ ਟਰੀਟਮੈਂਟ ਆਪਣਾ ਕਰਾਉਂਦਾ ਰਿਹਾ। ਟਰੀਟਮੈਂਟ ਤੋਂ ਬਾਅਦ ਜਦੋਂ ਇਹਨੂੰ ਜ਼ਿਆਦਾ ਬੁਖਾਰ ਹੋ ਗਿਆ ਫਿਰ ਅਸੀਂ ਕਰੋਨਾ ਦਾ ਟੈਸਟ ਕਰਵਾਇਆ, ਜਿਹਦੇ ਵਿੱਚ ਕਰੋਨਾ ਪੋਜ਼ਿਟਿਵ ਆ ਗਿਆ। ਕਾਫੀ ਮੁਸ਼ਕਲ ਤੋਂ ਬਾਅਦ, ਕਾਫੀ ਜੱਦੋ ਜਹਿਦ ਬਾਅਦ ਇਹਦਾ ਮਤਲਬ ਇਹਨੂੰ ਹਸਪੀਟਲ ਵਾਲਿਆਂ ਨੇ ਦਾਖਲ ਕੀਤਾ। ਸਭ ਜਵਾਬ ਦੇਈ ਜਾਂਦੇ ਸੀਗੇ। ਬੜੇ ਸ਼ਰਮ ਵਾਲੀ ਗੱਲ ਹੈ। ਉੱਦਾਂ ਐਡੇ ਵੱਡੇ ਦਾਅਵੇ ਨੇ ਕਿ ਹਸਪੀਟਲਸ ਦੇ ਵਿੱਚ ਆਈਸੋਲੇਸ਼ਨ ਵਾਰਡ ਬਣਾ ਦਿੱਤੇ ਗਏ ਨੇ, ਡਾਕਟਰਸ ਦੀ ਗਿਣਤੀ ਵਧਾ ਦਿੱਤੀ ਗਈ ਹੈ, ਕਰੋਨਾ ਦੇ ਪੇਸ਼ੈਂਟਸ ਨੂੰ ਲੈ ਕੇ ਹੋਰ ਸੁਚੇਤ ਹੋ ਗਏ ਨੇ। ਤੁਸੀਂ ਇਹ ਦੇਖੋ ਵੀ ਜਿਹੜਾ ਇੱਕ ਸਪੋਰਟਸਮੈਨ ਆ, ਜਿਹੜਾ ਨੈਸ਼ਨਲ ਖੇਡਿਆ ਹੋਇਆ, ਉਹਦੇ ਨੂੰ ਜਗ੍ਹਾ ਹੈ ਨਹੀਂ ਹਸਪੀਟਲ ਦੇ ਵਿੱਚ। ਆਪਾਂ ਡਿਜੀਟਲ ਇੰਡੀਆ ਬਣਾਉਣ ਦੀ ਗੱਲ ਚੱਲ ਰਹੀ ਹੈ। ਇੱਥੇ ਵੱਡੇ ਬਿਆਨ ਦੇ ਰਹੀ ਹੈ ਸੈਂਟਰ ਗੌਰਮੈਂਟ ਵੀ ਅਸੀਂ ਇੱਦਾਂ ਕਰ ਦਾਂਗੇ, ਬੁਲਟ ਟ੍ਰੇਨ ਚਲਾ ਦਾਂਗੇ। ਆਪਾਂ ਤਾਂ ਸਾਡਾ ਤਾਂ ਮਨ ਭਰ ਗਿਆ ਵਾ ਸਪੋਰਟਸ ਵਾਲੇ ਪਾਸਿਓਂ। ਅਸੀਂ ਤਾਂ ਬਹੁਤ ਲੋਕਾਂ ਦਾ ਮਨ ਭਰਿਆ ਹੋਇਆ, ਤਾਂ ਹੀ ਬੜੇ ਸਾਰੇ ਖਿਡਾਰੀ ਤਾਂ ਖੇਡਦੇ ਹੀ ਨਹੀਂ ਪੰਜਾਬ ਵੱਲੋਂ, ਤਾਂ ਹੀ ਹਰਿਆਣਾ ਵੱਲੋਂ ਖੇਡਦੇ। ਅਸੀਂ ਮੀਨਸ ਮੇਰੇ 2 ਬੇਟੇ ਆ ਜੋ ਛੋਟੇ ਆ, ਮਤਲਬ ਜਦੋਂ ਵੱਡੇ ਹੁੰਦੇ ਆ ਜਾ ਕੇ ਉਹਦੇ ਵੀ ਅੱਗੇ 2 ਬੇਟੀਆਂ ਵਾ। ਇੱਕ 4 ਸਾਲ ਦੀ, ਇੱਕ 8 ਸਾਲ ਦੀ, ਪਿੱਛੇ 2 ਬੇਟੀਆਂ ਛੱਡ ਗਿਆ। ਗਗਨਦੀਪ ਦੀਆਂ 2 ਬੇਟੀਆਂ ਵਾ। ਅਸੀਂ ਕੋਈ ਸੋਚੂਗਾ ਵੀ ਨਹੀਂ ਸਾਡਾ ਸਪੋਰਟਸ ਵੱਲ ਜਾਣ ਨੂੰ। ਜਿਹੜੇ ਐਡੇ ਮੈਡਲ ਜਿੱਤੇ ਮੈਂ ਤੁਹਾਨੂੰ ਦਿਖਾ ਦੇਣਾ, ਮੇਰੇ ਫੋਨ ਦੇ ਵਿੱਚ ਉਹਦੇ ਸਰਟੀਫਿਕੇਟ ਪਏ ਆ। ਜੋ ਸਾਡਾ ਬੰਦਾ, ਮੈਂ ਤੁਹਾਨੂੰ ਜੇ ਅੱਜ ਦੀ ਤਰੀਕ ਦੇ ਵਿੱਚ ਵੀ ਉਮਰ ਉਹਦੀ 40 ਸਾਲ ਸੀਗੀ ਤੇ ਅੱਜ ਵੀ ਉਹ ਬੰਦਾ ਪੜ੍ਹ ਰਿਹਾ ਸੀ। ਫਰਵਰੀ ਦੇ ਮਹੀਨੇ ਮੇਰੇ ਕੋਲ ਹੋ ਕੇ ਗਿਆ ਵਾ ਬਠਿੰਡੇ ਤੋਂ। ਉਹਨੇ ਡੇਲੀ ਆਉਂਦਾ ਸੀ ਕਿਤੇ ਆਪਣੇ ਪੇਪਰ ਦੇਣ ਲੁਧਿਆਣੇ, ਠੀਕ ਆ। 3 ਪੇਪਰ ਸੀ ਉਹਦੇ ਫਰਵਰੀ ਦੇ ਮਹੀਨੇ, 3 ਪੇਪਰ ਆਮੋ ਸਾਹਮਣੇ ਜਿੱਦਾਂ ਆਪਾਂ ਬੈਠੇ ਇੱਦਾਂ ਬੈਠੇ ਸੀਗੇ ਅਸੀਂ। 3 ਪੇਪਰ ਉੱਥੇ ਬੈਠ ਕੇ ਦੇਖ ਕੇ ਗਿਆ ਵਾ। 3 ਰਾਤਾਂ ਇੱਥੇ ਮੇਰੇ ਕੋਲ ਰਹੀਆਂ, ਸਵੇਰੇ ਚੱਲ ਜਾਂਦਾ ਸੀ, ਪੇਪਰ ਦੇ ਕੇ ਵਾਪਸ ਆ ਜਾਂਦਾ ਸੀਗਾ। ਉਹਨੂੰ, ਸਾਡੇ ਭਰਾ ਨੂੰ ਬਹੁਤ ਸ਼ੌਂਕ ਸੀ ਪੜ੍ਹਨ ਦਾ ਤੇ ਵਧੀਆ ਉਹਦੀ ਸੈਲਰੀ ਸੀ, ਵਧੀਆ ਚੱਲਦਾ ਸੀ, ਰੌਣਕ ਕੀ ਸੀ। ਸਾਡੇ ਘਰ ਵਿੱਚ ਆ ਜਾਂਦਾ ਸੀ, ਪੂਰੀ ਰੌਣਕ ਲੱਗ ਜਾਂਦੀ ਸੀ ਵੀ ਭਰਾ ਸਾਡਾ ਆ ਗਿਆ। ਮਜ਼ਾਕੀਆ ਸੁਭਾਅ ਦਾ ਸੀਗਾ। ਤੇ ਮੇਰੇ ਆ ਕੇ ਉਹਨੇ ਬਾਕਸਿੰਗ ਕਰੀ ਜਾਣੀ, ਮੇਰੇ ਮਾਰੇ ਜਾਣੀ, ਇੱਦਾਂ ਹੁੰਦਾ ਬਾਕਸਿੰਗ, ਇੱਦਾਂ ਹੁੰਦਾ। ਪਰ ਉਹ ਬਣੀ ਇੰਨਾ ਕੁ ਅਸੀਂ ਤਕਲੀਫ ਦੇ ਵਿੱਚ, ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵਾ ਵੀ ਸਾਡੇ ਤੇ ਕੀ ਬੀਤ ਰਹੀ। 2 ਬੱਚੀਆਂ ਨੇ ਛੋਟੀਆਂ, 2 ਧੀਆਂ ਨੇ। ਧੀਆਂ ਦੀ ਉਮਰ ਕੀ ਹੈ? ਛੋਟੀ ਬੇਟੀ ਦੀ ਉਮਰ ਲਗਭਗ 4 ਸਾਲ ਦੀ ਆ।
ਵੱਡੀ ਦੀ ਉਮਰ 7.5 ਸਾਲ 8 ਸਾਲ ਦੀ ਹੈ। ਮੈਨੂੰ ਲੱਗਦਾ ਨਹੀਂ ਬੱਚਿਆਂ ਨੂੰ ਪਤਾ ਵੀ ਹੋਣਾ ਕਿ ਪਿਤਾ ਕਿੱਥੇ ਗਏ ਨੇ, ਕੀ ਹੋਇਆ ਸੀ ਉਹਨਾਂ ਨੂੰ। ਜਿੱਦਣ ਮੈਂ ਗਿਆ ਵਾ ਮਤਲਬ ਸੰਸਕਾਰ ਤੋਂ ਬਾਅਦ ਉੱਥੇ ਗਏ ਆ, ਮੀਨਜ਼ ਸੰਸਕਾਰ ਤਾਂ ਇਹਨਾਂ ਨੇ ਸਵੇਰੇ 6 ਵਜੇ 6:30 ਵਜੇ ਮੀਨਜ਼ ਕਹਿ ਲਓ ਇਹਨਾਂ ਨੇ ਕਰਤਾ ਸੀਗਾ ਕਿਹਦੇ ਹਦਾਇਤਾਂ ਅਨੁਸਾਰ, ਜਿਵੇਂ ਵੀ ਆਪਾਂ ਕਹਿੰਦੇ। ਜਦੋਂ ਮੈਂ ਪਹੁੰਚਿਆ ਉਸ ਤੋਂ ਬਾਅਦ ਵੱਡੀ ਬੇਟੀ ਨੂੰ ਮੈਂ ਮਿਲਿਆ ਵਾ ਤੇ ਮੇਰੀ ਧਾਰ ਨਿਕਲ ਗਈ ਜਦੋਂ ਉਹਨੇ ਕਿਹਾ ਵੀ ਪਾਪਾ ਮੇਰੇ ਕਿੱਥੇ ਨੇ। ਬੱਚਿਆਂ ਨੂੰ ਕੀ ਸਮਝਾਈਏ ਵੀ ਕਿੱਧਰ ਗਏ, ਮਤਲਬ ਇੰਨਾ ਕੁ ਮਹਿਸੂਸ ਹੋ ਰਿਹਾ ਜੇ ਸਾਨੂੰ ਪਤਾ ਜਾਂ ਰੱਬ ਨੂੰ ਪਤਾ। ਹਾਂ, ਸਾਨੂੰ ਘਾਟ ਭਰਾ ਦੀ ਪੈ ਗਈ ਆ, ਜਿਹੜੀ ਮਾਂ ਨੂੰ ਪੁੱਤ ਨਹੀਂ ਮਿਲਣਾ ਤੇ ਜਿਹੜੀ ਵਾਈਫ ਆ ਉਹਨੂੰ ਘਰ ਵਾਲਾ ਨਹੀਂ ਮਿਲਣਾ। ਬਹੁਤ ਚੰਗਾ ਤੇ ਨੇਕ ਦਿਨ ਇਨਸਾਨ ਸੀਗਾ। ਅੱਜ ਸਾਡੇ ਤੋਂ ਚਾਹੇ ਦੂਰ ਚਲੇ ਗਿਆ ਪਰ ਉਹਦੀਆਂ ਯਾਦਾਂ ਅੱਜ ਵੀ ਰਹਿੰਦੀਆਂ ਵਾ। ਸਟੇਟ ਨੂੰ ਇਦਾਂ ਦਾ ਖਿਡਾਰੀ ਵੀ ਨਹੀਂ ਮਿਲਣਾ। ਹਾਂ, ਸਟੇਟ ਨੂੰ ਇਦਾਂ ਦਾ ਖਿਡਾਰੀ ਵੀ ਨਹੀਂ ਮਿਲਣਾ। ਸਾਰਾ ਕੁਝ ਮੈਂ ਤੁਹਾਨੂੰ ਸਰਟੀਫਿਕੇਟ ਦਿਖਾ ਦੇਣਾ। ਮੇਰੇ ਹਿਸਾਬ ਦੇ ਨਾਲ ਆਈਡੀਆ ਇਹਦੇ 25 ਤੋਂ 30 골ਡ ਮੈਡਲ ਜਿੱਤੇ ਹੋਏ ਆ। ਸਿਲਵਰ ਮੈਡਲ ਤਾਂ 100 ਤੋਂ ਪਲੱਸ ਹੀ ਹੋਣਗੇ, ਪਤਾ ਨਹੀਂ ਕਿੰਨੇ 골ਡ ਮੈਡਲ ਜਿੱਤੇ। ਉਸ ਤੋਂ ਬਾਅਦ ਫਿਰ 10 ਸਾਲ ਤੋਂ ਕੋਚਿੰਗ ਦੇ ਰਿਹਾ ਸੀਗਾ। ਸਰਕਾਰਾਂ ਨੂੰ ਤੁਹਾਨੂੰ ਲੱਗਦਾ ਵਿਜੇ ਜੀ ਕਿ ਸਾਡੇ ਖੇਡ ਮੰਤਰੀ ਜਾਣਦੇ ਹੋਣਗੇ ਕਿ ਕੋਈ ਗਗਨਦੀਪ ਖਿਡਾਰੀ ਸੀਗਾ, ਉਹ ਇਸ ਦੁਨੀਆ 'ਚ ਨਹੀਂ ਰਿਹਾ, ਉਹਦੇ ਪਰਿਵਾਰ ਦੀ ਇਸ ਵੇਲੇ ਕੀ ਹਾਲਤ ਹੈ? ਤੁਸੀਂ ਖੇਡ ਮੰਤਰੀ ਕੋਈ ਵੀ ਆਪਣਾ, ਚਾਹੇ ਸੈਂਟਰ ਦਾ ਚਾਹੇ ਪੰਜਾਬ ਗੌਰਮੈਂਟ ਦਾ, ਉਹ ਤੋਂ 5 ਬਾਕਸਰਾਂ ਦੇ ਨਾਂ ਹੀ ਪੁੱਛ ਕੇ ਦੱਸ ਦਿਓ, ਬੈਸਟ ਬਾਕਸਰਾਂ ਦੇ। ਸਾਡਾ ਤਾਂ ਭਰਾ ਬੈਸਟ ਬਾਕਸਰ ਸੀ ਪੰਜਾਬ ਦਾ, ਉਹਨੂੰ 5 ਬਾਕਸਰਾਂ ਦੇ ਨਾਮ ਨਹੀਂ ਪਤਾ ਹੋਣਾ ਕਿਸੇ ਮੰਤਰੀ ਨੂੰ। ਤੁਸੀਂ ਕਿਤੇ ਜਾਣਨ ਦੀ ਗੱਲ ਬਹੁਤ ਦੂਰ ਦੀ ਹੈ, ਕਿਹੜਾ ਟੀਵੀ ਤੇ ਲਾਈਵ ਹੁੰਦਾ ਵਾ। ਜੇ ਤੁਸੀਂ ਕ੍ਰਿਕਟ ਦੇ ਵਿੱਚ ਜਾਂਦੇ ਹੋ, ਹਾਕੀ ਵਿੱਚ ਜਾਂਦੇ, ਸਭ ਲਾਈਵ ਚੱਲਦਾ ਵਾ। ਬਾਕਸਰਾਂ ਦਾ ਕੋਈ ਜਾਣਦਾ ਹੀ ਨਹੀਂ। ਕੋਈ ਵੀ ਆਪਾਂ ਲਾ ਲਈ, ਕੋਈ ਬੰਦਾ ਨਹੀਂ ਬਾਕਸਰ ਨੂੰ ਜਾਣਦਾ ਬਾਕਸਰ ਕੌਣ ਆ। ਪਰ ਬਾਕਸਰ ਆਪਣੀ ਜ਼ਿੰਦਗੀ ਦਾਅ ਤੇ ਲਗਾ ਕੇ ਆਪਣੀ ਸੱਟਾਂ ਦੀ ਪਰਵਾਹ ਨਾ ਕਰਦੇ ਹੋਏ ਸੂਬੇ ਦਾ, ਦੇਸ਼ ਦਾ ਕਿਸ ਤਰ੍ਹਾਂ ਨਾਮ ਰੋਸ਼ਨ ਕਰਦਾ। ਉਹ ਵਾਹ ਲਾ ਦਿੰਦਾ ਕਿ ਮੈਂ ਕੁਝ ਵੀ ਕਰਾਂ, ਦੇਸ਼ ਦੇ ਲਈ, ਸੂਬੇ ਦੇ ਲਈ ਗੋਲਡ ਲੈ ਆਵਾਂ। ਪਰ ਸਾਡਾ ਸੂਬਾ, ਸਾਡੇ ਸੂਬੇ ਦੀਆਂ ਸਰਕਾਰਾਂ, ਸਾਡੇ ਦੇਸ਼ ਦੀ ਜਿਹੜੀ ਸਰਕਾਰ ਹੈ, ਉਹਨਾਂ ਦਾ ਖਿਡਾਰੀਆਂ ਦੇ ਵੱਲ ਕਿੰਨਾ ਕੁ ਧਿਆਨ ਹੈ, ਜਾਣ ਕੇ ਅੱਜ ਇੱਕ ਵਾਰ ਫੇਰ ਤੋਂ ਅਫਸੋਸ ਹੋਇਆ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਬਹੁਤ ਵਾਰ ਹੋਇਆ। ਹਾਂਜੀ, ਬਹੁਤ ਵਾਰ ਧੱਕਾ ਹੁੰਦਾ ਆ ਰਿਹਾ ਵਾ। ਪਤਾ ਨਹੀਂ ਇਹਨਾਂ ਦਾ ਕੀ ਹਿਸਾਬ ਕਿਤਾਬ ਆ। ਅੱਜ ਤੁਸੀਂ ਕਿਸੇ ਵੀ ਮੁੱਦਾ ਚੱਕ ਲੈਂਦੇ ਆ ਕਿਸੇ ਵੀ ਗੱਲ ਦਾ ਵਾ, ਕਿਸੇ ਨੂੰ ਨਹੀਂ ਪਤਾ। ਜੇ ਆਪਾਂ ਖਿਡਾਰੀਆਂ ਨੂੰ ਸੰਭਾਲਾਂਗੇ ਤਾਂ ਹੀ ਉਤਸ਼ਾਹ ਕਰਾਂਗੇ। ਮੈਂ ਜੇ ਖੇਡਦਾ ਹੋਵਾਂਗੀ, ਗੇਮ ਖੇਡਦਾ, ਜੇ ਕੋਈ ਮੈਨੂੰ ਆ ਕੇ ਸ਼ਾਬਾਸ਼ ਦੂ, ਹਾਂ ਪੁੱਤਰਾ ਤੂੰ ਬਹੁਤ ਵਧੀਆ ਕਰਦਾ, ਮੈਂ ਹੋਰ ਉਤਸ਼ਾਹ ਹੋਊਂਗਾ ਵੀ ਠੀਕ ਆ ਜੀ, ਉਤਸ਼ਾਹ ਕਰਨਾ ਚਾਹੀਦਾ। ਮੈਂ ਤਾਂ ਅੱਗੇ ਵੀ ਗੱਲ ਕਹਿਣਾ, ਜੇ ਕੋਈ ਖਿਡਾਰੀ ਖੇਡਦਾ ਵਾ ਉਹਨੂੰ ਜੇ ਉਤਸ਼ਾਹ ਕਰਾਂਗੇ ਤਾਂ ਹੀ ਉਹ ਅੱਗੇ ਵਧੂਗਾ। ਮੈਂ ਤੁਹਾਨੂੰ ਲਾਸਟ ਟਾਈਮ ਦੀ ਗੱਲ ਦੱਸਦਾ ਵਾਂ, ਜਦੋਂ ਇਹਨੇ ਬਾਕਸਿੰਗ ਖੇਡਣੀ ਛੱਡਤੀ ਸੀਗੀ, ਇਹਦਾ ਫਾਈਨਲ ਮੈਚ ਸੀਗਾ, ਮੈਨੂੰ ਪ੍ਰੋਪਰ ਯਾਦ ਨਹੀਂ, ਮੈਂ ਤਾਂ ਬਹੁਤ ਛੋਟਾ ਸੀਗਾ। ਤੇ ਇਹਦੇ ਤੁਸੀਂ ਦੇਖੋਗੇ, ਤੁਹਾਨੂੰ ਮੈਂ ਪਿਕਚਰਾਂ ਦਿਖਾਊਂਗਾ, ਇਹਦੇ ਕਹਿੰਦਾ ਸਿਰ ਦੇ ਨੀਚੇ ਵਾਲ ਸੱਟੇ ਹੁੰਦੇ ਆ। ਇਹਦੇ ਕਿਸੇ ਨੇ ਫਾਈਨਲ ਮੈਚ ਤੋਂ ਪਹਿਲਾਂ ਤਲਵਾਰ ਮਾਰਤੀ ਸੀ ਸਿਰ ਦੇ ਵਿੱਚ, ਗਗਨਦੀਪ ਦੇ ਇੱਥੇ ਤੇ ਤਲਵਾਰ ਵੱਜੀ ਹੋਈ ਸੀਗੀ ਸਿਰ ਦੇ ਉੱਪਰ। ਫਾਈਨਲ ਮੈਚ ਤੋਂ ਪਹਿਲਾਂ ਕੋਈ ਰੰਜਿਸ਼ ਵਾਲਿਆਂ ਨੇ ਮਾਰਤੀ ਸੀ। ਫਾਈਨਲ ਮੈਚ ਇਹ ਖੇਡਿਆ ਨਹੀਂ ਸੀਗਾ, ਜਿਹੜਾ ਫਾਈਨਲ ਮੈਚ ਸੀਗਾ। ਫਿਰ ਮੀਨਜ਼ ਉਹ ਅੱਜ ਵੀ ਨੈਸ਼ਨਲ ਲੈਵਲ ਦਾ ਮੈਚ ਸੀਗਾ ਉਹ। ਮੈਨੂੰ ਹੁਣ ਪ੍ਰੋਪਰ ਯਾਦ ਨਹੀਂ ਹੈਗਾ। ਇਹਨਾਂ ਦਾ ਇੱਕ ਸਾਥੀ ਆ ਪ੍ਰਿਤਪਾਲ ਸਿੰਘ, ਜੋ 90 ਦੇ ਵਿੱਚ ਉਹਨੇ ਖੇਡਣਾ ਸ਼ੁਰੂ ਕੀਤਾ ਸੀ। ਉਹ 94-95 ਦੇ ਵਿੱਚ ਇੰਡੀਅਨ ਨੇਵੀ 'ਚ ਭਰਤੀ ਹੋ ਗਿਆ ਸੀਗਾ। ਤੇ ਮਤਲਬ ਉਹਨੂੰ ਵੀ ਜ਼ਿਆਦਾ ਕਿਉਂਕਿ 5 ਸਾਲ ਉਹ ਨਾਲ ਰਿਹਾ ਵਾ, ਉਹਨੂੰ ਵੀ ਕਾਫੀ ਕੁਛ ਪਤਾ। ਤੇ ਜਿਹੜੀ ਤਲਵਾਰ ਵੱਜ ਗਈ ਸੀਗੀ, ਰੰਜਿਸ਼ ਵਾਲੇ ਨੇ ਕਿਸੇ ਨੇ ਮਾਰੀ ਸੀਗੀ। ਇਹ ਮੀਨਜ਼ ਗੱਲ ਹੋਊਗੀ ਮੇਰੇ ਹਿਸਾਬ ਨਾਲ 5 ਜਾਂ 6 ਸਾਲ ਦੀ ਆਈਡੀਆ ਮੇਰਾ। ਇਹਨੇ ਚੋਟੀ ਦਾ ਖਿਡਾਰੀ ਸੀਗਾ, ਬਹੁਤ ਸਾਰੇ ਲੋਕ ਖਾਰ ਵੀ ਖਾਂਦੇ। ਹਾਂਜੀ। ਉਸ ਤੋਂ ਬਾਅਦ ਫਿਰ ਇਹ ਬਾਕਸਿੰਗ ਘਰ ਦੇ ਵੀ ਡਰ ਗਏ ਸੀਗੇ, ਕਿਉਂਕਿ ਮਾਸੜ ਦੀ ਡੈਥ ਪਹਿਲਾਂ ਹੋ ਗਈ ਸੀ 98 'ਚ, ਕੈਂਸਰ ਦੇ ਮਰੀਜ਼ ਸੀਗੇ ਮਾਸੜ ਜੀ। ਉਸ ਤੋਂ ਬਾਅਦ ਘਰ ਦੇ ਵੀ ਡਰਦੇ। ਇਹਨੂੰ ਇੰਨੀ ਖਾਈ ਦੇ ਵਿੱਚ ਪੜਾਇਆ ਵਾ ਸਾਡੇ ਵੱਡੇ ਭਰਾ ਨੇ। ਇੱਕ ਮੇਰੇ ਮਾਸੜ ਜੀ ਇੱਕ ਘੜੀ ਸਾਜ਼ ਸੀਗੇ, ਠੀਕ ਆ। ਅੱਜ ਕੱਲ੍ਹ ਵੱਡਾ ਬ੍ਰਦਰ ਵੀ ਸਾਡਾ ਘੜੀ ਸਾਜ਼ ਆ, ਜਿਹੜਾ ਗਗਨ ਤੋਂ ਵੱਡਾ ਵਾ, ਠੀਕ ਆ। ਤੇ ਉਹਦੇ ਘੜੀਆਂ ਦਾ ਠੀਕ ਕਰ ਗਗਨ ਨੂੰ, ਉਹਦਾ ਇਹ ਮਕਸਦ ਸੀ ਵੀ ਗਗਨ ਨੂੰ ਮੈਂ ਪੜ੍ਹਾਵਾਂ, ਕੁਛ ਨਾ ਕੁਛ ਬਣੇ। ਤੇ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਪਿਛਲੇ 15 ਸਾਲਾਂ ਤੋਂ ਘਰ ਦੀ ਜਿਹੜੀ ਸੀ ਤਬਦੀਲੀ, ਅੱਗੇ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀ ਪਹਿਲਾਂ ਚੱਲਦੀ ਸੀ, ਉਹ ਵੀ ਕੁਛ ਖੁਸ਼ਹਾਲੀ ਆਈ ਸੀ ਘਰ ਦੇ ਵਿੱਚ। ਘਰ ਦੇ ਹਾਲਾਤ ਪਹਿਲਾਂ ਬਹੁਤ ਮਾੜੇ ਸੀ ਗਗਨਦੀਪ ਦੇ। ਸਾਨੂੰ ਲੱਗਿਆ ਸੀ ਪਤਾ ਕਿ ਘਰ ਰੋਟੀ ਵੀ ਬੜੀ ਔਖੀ ਪੱਕਦੀ ਸੀ। ਪਰ ਗਗਨ ਜਦੋਂ ਬਾਕਸਰ ਬਣ ਗਿਆ, ਜਦੋਂ ਹੌਲੀ ਗਗਨ ਦਾ ਨਾਮ ਬਣਦਾ ਰਿਹਾ, ਇਸ ਖੇਡ ਦੇ ਵਿੱਚ ਉਹਨੇ ਨਾਮਣਾ ਖੱਟਿਆ, ਘਰ ਦੇ ਹਾਲਾਤ ਗਗਨ ਨੇ ਠੀਕ ਕੀਤੇ। ਹਾਂਜੀ, ਪਿੱਛੇ ਘਰ ਦੇ ਪਹਿਲਾਂ ਪੁਰਾਣਾ ਘਰ ਸੀਗਾ, ਮੀਨਜ਼ ਤੁਸੀਂ ਮੰਨ ਕੇ ਚੱਲੋ ਮੇਰੇ ਹਿਸਾਬ ਨਾਲ 1930-35 ਦਾ ਬਣਾਇਆ ਹੋਇਆ ਸੀਗਾ। ਹੌਲੀ ਪਿੱਛੇ 10 ਸਾਲ ਪਹਿਲਾਂ ਇਹਨਾਂ ਨੇ ਘਰ ਵੀ ਰੀਨਿਊ ਕੀਤਾ ਵਾ, ਉਹ ਢਾਹ ਕੇ ਨਵਾਂ ਵੀ ਪਾਇਆ ਵਾ। ਕੁਛ ਗਗਨ ਦੀ ਮਦਦ ਨਾਲ, ਮੀਨਜ਼ ਮਾਸੀ ਜੀ ਸੀਗੇ ਮੇਰੇ, ਸਭ ਨੇ ਇਕੱਠੇ ਹੋ ਕੇ ਵੀ ਘਰ ਕੀਤਾ। ਸਾਨੂੰ ਬਹੁਤ ਖੁਸ਼ੀ ਹੋਈ ਵੀ ਸਾਡਾ ਭਰਾ ਪੈਰਾਂ ਤੇ ਖੜਾ ਹੋਇਆ ਵਾ। ਅੱਜ ਵਧੀਆ ਸੀ, ਸੈਟਿੰਗ ਸੀਗੀ, ਸਾਰਾ ਕੁਛ ਪਰਮਾਤਮਾ ਦੀ ਮਿਹਰ ਸੀਗੀ। ਪਰ ਵੱਡਾ ਭਰਾ ਸਾਨੂੰ ਧੋਖਾ ਦੇ ਗਿਆ, ਜਿਹਦਾ ਅਸੀਂ ਕਦੇ ਵੀ, ਸਾਨੂੰ ਪੂਰਾ ਨਹੀਂ ਹੋ ਸਕਦਾ ਇਹ, ਮਤਲਬ ਕਦੇ ਵੀ ਜ਼ਿੰਦਗੀ ਦੇ ਵਿੱਚ। ਕੋਈ ਐਮਐਲਏ, ਕੋਈ ਐਮਪੀ ਆ ਕੇ ਸਾਰ ਨਹੀਂ ਲੈ ਕੇ ਗਿਆ। ਇਹਨਾਂ ਨੂੰ ਕੀ ਲੋੜ ਹੈ ਐਮਐਲਏ ਐਮਪੀਆਂ ਨੂੰ ਸਾਰ ਲੈਣ ਦੀ? ਕਿਸੇ ਵੀ ਪਾਰਟੀ ਦਾ ਵਾ, ਚਾਹੇ ਉਹ ਆਪਣੇ ਆਮ ਆਦਮੀ ਪਾਰਟੀ ਦਾ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਚਾਹੇ ਕਾਂਗਰਸ ਦਾ। ਇਹਨਾਂ ਨੂੰ ਕੀ ਮਤਲਬ ਆ? ਜਿਹਦਾ ਪੁੱਤ ਜਾਂਦਾ ਦੁੱਖ ਤਾਂ ਉਹਨੂੰ, ਜਿਹਦਾ ਭਰਾ ਜਾਂਦਾ। ਸਾਡੀਆਂ ਤਾਂ ਦੋਨੇ ਬਾਹਾਂ ਵੱਢੀਆਂ ਗਈਆਂ। ਤੇ ਉਹ ਲੀਡਰ ਜਦੋਂ ਵੋਟਾਂ ਮੰਗਣ ਆਉਂਦੇ ਨੇ ਤਾਂ ਅਸੀਂ ਲੋਕ, ਆਮ ਲੋਕ ਸਵਾਲ ਕਿਉਂ ਨਹੀਂ ਪੁੱਛਦੇ ਕਿ ਸੁੱਖ ਵੇਲੇ ਖੜੇ ਹੁੰਦੇ ਹੋ, ਦੁੱਖ ਵੇਲੇ ਵੀ ਖੜਿਆ ਕਰੋ ਨਾਲ?
ਇਹਨਾਂ ਨੂੰ ਬਸ ਅਸਲ ਦੇ ਵਿੱਚ ਕੁਛ ਆਪਾਂ ਵੀ ਗਲਤ ਆ। ਇੱਕ ਸ਼ਰਾਬ ਦੀ ਬੋਤਲ ਪਿੱਛੇ ਵਿਕ ਜਾਂਦੇ ਆ ਲੋਕੀ, ਸ਼ਰਾਬ ਦੀ ਬੋਤਲ ਲੈ ਕੇ ਬੋਤਲ ਦੂਜੇ ਤੇ ਪਾ ਦਿੰਦੇ ਆ। ਹੁਣ ਜਿਵੇਂ ਪਹਿਲਾਂ ਜੀ ਕੈਪਟਨ ਦੀ ਸਰਕਾਰ ਆ, ਠੀਕ ਆ ਜੀ, ਉਸ ਤੋਂ ਪਹਿਲਾਂ ਅਕਾਲੀ ਦਲ ਦੀ ਸੀਗੀ, ਕੈਪਟਨ ਸਾਹਿਬ ਆ ਗਏ, ਹੁਣ ਲੋਕਾਂ ਨੂੰ ਲੱਗੇ ਕੈਪਟਨ ਸਾਹਿਬ ਚੰਗੇ ਨਹੀਂ ਹੈਗੇ, ਹੁਣ ਫੇਰ ਅਕਾਲੀ ਦਲ ਲਿਆਉਣਗੇ। ਇਹਦਾ ਅੱਟੀ ਦੇ ਬੱਟੇ ਆ, ਮਤਲਬ ਇੱਧਰਲਾ ਪਾਸਾ ਉਲਟਾਤਾ, ਉੱਧਰਲਾ ਪਾਸਾ ਉਲਟਾਤਾ, ਇਹਨਾਂ ਨੂੰ ਕੋਈ ਮਤਲਬ ਨਹੀਂ। ਇਹ ਕਿ ਜਿਹੜੇ ਸਿਆਸੀ ਰੋਟੀਆਂ ਸੇਕਣ ਆ ਜਾਣਗੇ, ਹੁਣ ਤੁਸੀਂ ਇੰਟਰਵਿਊ ਤੋਂ ਬਾਅਦ ਸਭ ਆ ਜਾਣਗੇ ਇਕੱਠੇ ਹੋ ਗਏ, ਕੀ ਹੋ ਗਿਆ ਵਿਜੇ ਜੀ, ਕੀ ਹੋ ਗਿਆ, ਸਾਡਾ ਤਾਂ ਪੁੱਤ ਚਲੇ ਗਿਆ, ਇਹਨਾਂ ਦਾ ਆਉਣਾ ਨਾ ਆਉਣਾ ਮੈਨੂੰ ਤਾਂ ਕੋਈ ਫਰਕ ਨਹੀਂ ਸਮਝਦਾ, ਆ ਕੇ ਚਲੇ ਜਾਣਗੇ। ਸਾਡਾ ਤਾਂ ਜਾਂ ਤਾਂ ਕੋਈ ਹਾਂ ਵੀ ਐਡਾ ਖਿਡਾਰੀ ਸੀ, ਜਾਂ ਤਾਂ ਕੋਈ ਮਦਦ ਹੋਵੇ, ਫਿਰ ਤਾਂ ਮੈਂ ਮੰਨਾਂ ਪਰਿਵਾਰ ਨੂੰ। ਛੋਟੀਆਂ ਛੋਟੀਆਂ ਬੱਚੀਆਂ ਕਿੱਥੇ ਜਾਣਗੇ, ਕੋਈ ਵੀ ਹੈ ਭੈਣ ਜੀ, ਆਪਾਂ ਵੀ ਜਾਂਦੇ ਹਾਂ, ਮੈਂ ਵੀ ਰਿਸ਼ਤੇਦਾਰ ਹਾਂ, ਮੈਂ ਉੱਥੇ ਜਾਂਦਾ ਵਾ, ਮੁੜਿਆ ਆਉਣਾ ਵਾ, ਦੁੱਖ ਦੇ ਵਿੱਚ ਜਾ ਕੇ ਮੁੜਿਆ ਆਉਣਾ। ਸਾਰੀ ਜ਼ਿੰਦਗੀ ਬੱਚੀਆਂ ਕਿਵੇਂ ਕੱਢਣਗੀਆਂ? ਇੱਕ ਛੋਟੀ 4 ਸਾਲ ਦੀ ਬੱਚੀ, ਇੱਕ 8 ਸਾਲ ਦੀ ਬੱਚੀ, ਉਹ ਮਾਂ ਜਿਹਨੇ ਪੁੱਤ ਆਪਦਾ ਤੋਰਤਾ, ਉਹ ਮਾਂ ਆਪਦੀ ਜ਼ਿੰਦਗੀ ਕਿਵੇਂ ਕੱਢੂਗੀ? ਉਹਦੀ ਵਾਈਫ ਜ਼ਿੰਦਗੀ ਕਿਵੇਂ ਕੱਢੂਗੀ? ਇਸ ਤੋਂ ਮੇਰੇ ਹਿਸਾਬ ਨਾਲ ਮੈਂ ਸਭ ਤੋਂ ਵੱਡਾ ਦੁੱਖ ਮੰਨਦਾ ਵਾਂ ਜੋ ਜ਼ਿੰਦਗੀ 'ਚ ਬੰਦੇ ਦੇ ਆਉਂਦਾ ਵਾ, ਜਿਹੜਾ ਪੁੱਤ ਦੀ ਅਰਥੀ ਪਿਓ ਦੇ ਮੋਢੇ ਉੱਤੇ ਸਭ ਤੋਂ ਵੱਡਾ ਦੁੱਖ ਮੰਨਿਆ ਜਾਂਦਾ ਵਾ। ਤੇ ਇਸ ਤੋਂ ਵੱਡਾ ਮੈਂ ਕਿਸੇ ਨੂੰ ਦੁੱਖ ਨਹੀਂ ਮੰਨਦਾ। ਭਰਾ ਦੀ ਅਰਥੀ ਭਰਾ ਦੇ ਮੋਢੇ ਤੇ ਅੱਜ ਆ ਗਈ ਆ, ਮੇਰੇ ਹਿਸਾਬ ਨਾਲ ਝੰਜੋੜ ਕੇ ਰੱਖਦਾ ਸਾਨੂੰ ਇਸ ਦੀ ਮੌਤ ਨਿਕਲ ਜਾਂਦੀ। ਮੈਨੂੰ ਨਹੀਂ ਲੱਗਦਾ ਕਿ ਇਹ ਸੁਣਨ ਤੋਂ ਬਾਅਦ ਜਿਹੜੇ ਨੌਜਵਾਨ ਖੇਡਾਂ ਦੇ ਵਿੱਚ ਜਾਣ ਦਾ ਸੋਚ ਰਹੇ ਹੋਣੇ, ਖਿਡਾਰੀ ਬਣਨ ਦਾ ਸੋਚ ਰਹੇ ਹੋਣੇ, ਉਹਨਾਂ ਦਾ ਹੌਸਲਾ ਪੈਂਦਾ ਹੋਣਾ ਕਿ ਮੈਂ ਖਿਡਾਰੀ ਬਣ ਜਾਵਾਂ, ਮੈਂ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਲਈ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਦੇਵਾਂ ਜਾਂ ਆਪਣੀ ਜ਼ਿੰਦਗੀ ਕੁਰਬਾਨ ਕਰ ਦੇਵਾਂ। ਪਰਿਵਾਰ ਨੂੰ ਛੱਡ ਕੇ ਖਿਡਾਰੀ ਕਿੰਨੇ ਸਾਲ ਘਰ ਨਹੀਂ ਮੁੜਦੇ ਖੇਡਾਂ ਨੂੰ ਲੈ ਕੇ, ਜਦੋਂ ਇੰਨੇ ਕੁ ਜ਼ਿਆਦਾ ਰੁੱਝ ਜਾਂਦੇ ਨੇ। ਮੈਨੂੰ ਨਹੀਂ ਲੱਗਦਾ ਹੁਣ ਕੋਈ ਖਿਡਾਰੀ ਬਣਨ ਦਾ ਚਾਹਵਾਨ ਹੋਏਗਾ। ਚਾਹਵਾਨ ਹੋਊਗੀ, ਉਤਸ਼ਾਹ ਹੀ ਨਹੀਂ ਕੋਈ ਕਰ ਰਿਹਾ ਆਪਾਂ ਨੂੰ। ਜਦੋਂ ਕੋਈ ਉਤਸ਼ਾਹ ਕਰਨ ਵਾਲਾ ਹੋਵੇ, ਘਰ ਦੇ ਵਿੱਚ ਪਿਓ ਮੋਢੀ ਹੁੰਦਾ ਵਾ, ਉਹਨੇ ਉਤਸ਼ਾਹ ਕਰਨਾ ਹੁੰਦਾ, ਬੇਟਾ ਮੇਰਾ ਇੱਦਾਂ ਕਰੇ ਇੱਦਾਂ ਕਰੇ। ਜਦੋਂ ਕਿਸੇ ਨੇ ਪੁੱਛਿਆ ਨਹੀਂ, ਮੇਰਾ ਭਰਾ 30 ਸਾਲ ਬਾਕਸਿੰਗ ਕਰਦਾ ਰਿਹਾ, ਕਿਸੇ ਲੀਡਰ ਕੋਲ 3 ਮਿੰਟ ਦਾ ਸਮਾਂ ਵੀ ਹੈ ਨਹੀਂ ਸੀਗਾ। ਕੋਈ ਵੀ ਲੀਡਰ ਆ, ਚਾਹੇ ਕਿਸੇ ਵੀ ਪਾਰਟੀ ਦਾ, ਕੋਈ 3 ਮਿੰਟ ਦਾ ਵੀ ਸਮਾਂ ਹੈ ਨਹੀਂ ਸਹੀ ਸੀਗਾ ਵੀ ਸਾਡੇ ਉਹਨਾਂ ਨੂੰ ਜਾ ਕੇ ਕੁਛ ਨਹੀਂ ਹੋਣਾ ਕਿਸੇ ਤੁਸੀਂ ਮੇਰੇ ਦੁੱਖ 'ਚ ਆ ਗਏ, ਮੇਰਾ ਦੁੱਖ ਘਟ ਜਾਊਗਾ, ਠੀਕ ਆ, ਵੰਡਿਆ ਜਾਊਗਾ। ਇਹਨਾਂ ਕੋਲ 3 ਮਿੰਟ ਦਾ ਵੀ ਸਮਾਂ ਹੈ ਨਹੀਂ ਕਿਸੇ ਲੀਡਰ ਕੋਲ, ਕਿਸੇ ਵੀ ਪਾਰਟੀ ਦੇ ਕੋਲ। ਜਿਹਨੇ ਬੰਦੇ 30 ਸਾਲ ਪੰਜਾਬ ਦੇ ਲਈ ਲਾ ਦੇ ਦਿੱਤੇ ਆ, ਕਿਸੇ ਕੋਲ ਵੀ ਬਿਲਕੁਲ ਵੀ ਸਮਾਂ ਹੈ ਨਹੀਂ। ਮੈਂ ਤਾਂ ਇਹ ਕਹਿ ਰਿਹਾ ਵਾਂ ਵੀ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਕੋਈ ਬੰਦਾ ਖੇਡਾਂ ਵੱਲ ਨਾ ਜਾਵੇ। ਜੇ ਇਹੀ ਹਾਲ ਸਾਡੇ ਮਤਲਬ ਸਪੋਰਟਸਮੈਨ ਜਿਹੜੇ ਹੈਗੇ, ਇਹਨਾਂ ਦਾ ਇਹੀ ਕਰਨਾ ਵਾ ਸਰਕਾਰਾਂ ਨੇ। ਮੈਂ ਤਾਂ ਹੱਥ ਜੋੜ ਕੇ ਕਹਿ ਰਿਹਾ ਵਾਂ ਵੀ ਅਸੀਂ ਤਾਂ ਭਰਾ ਗਵਾ ਚੁੱਕੇ ਹਾਂ, ਵੀ ਤੁਸੀਂ ਹੋਰ ਨਾ ਕੋਈ ਗਵਾ ਲਿਓ। ਇਹਦੇ ਨਾਲ ਚੰਗਾ ਬੰਦਾ ਮਾਡਲ ਐਕਟਰ ਬਣ ਜੇ, ਉਹ ਲੰਮੇ ਸਮੇਂ ਤੱਕ ਹਾਈਲਾਈਟ ਰਹਿੰਦੇ ਨੇ। ਰੀਆ ਚੱਕਰਵਰਤੀ ਨੂੰ ਇੰਨਾ ਘਸੀਟਿਆ ਜਾ ਰਿਹਾ ਹੈ, ਮੁੱਦਾ ਹੀ ਨਹੀਂ ਖਤਮ ਹੋ ਰਿਹਾ, ਤਾਂ ਅਸਲ ਮੁੱਦਿਆਂ ਤੋਂ ਕਿਸ ਤਰ੍ਹਾਂ ਭਟਕਾਇਆ ਜਾ ਰਿਹਾ ਲੋਕਾਂ ਨੂੰ। ਤੁਸੀਂ ਐਕਟਰ ਦੀ ਜਿਹਦੀ ਮਰਜ਼ੀ ਗੱਲ ਕਰ ਲਓ, ਤੁਸੀਂ ਜਿਹੜੇ ਮਰਜ਼ੀ ਕ੍ਰਿਕਟ ਦੇ ਹਾਕੀ ਨੂੰ ਛੱਡ ਕੇ ਜਿਹਦੇ ਮਰਜ਼ੀ ਜਾ ਕੇ ਸਵਾਲ ਕਰ ਲਓ। ਮੈਂ ਖੁਦ ਦੀ ਵੀ ਗੱਲ ਕਰਦਾ, ਮੈਨੂੰ ਵੀ ਨਹੀਂ ਪਤਾ ਹੁਣ ਕਿੰਨੀਆਂ ਖੇਡਾਂ ਵਾ ਪੰਜਾਬ ਦੇ ਵਿੱਚ, ਕਿਸੇ ਨੂੰ ਵੀ ਨਹੀਂ ਪਤਾ ਵੀ ਕਿਹੜਾ ਖਿਡਾਰੀ ਕੀ ਆ ਜ਼ਰੂਰ ਪਤਾ ਜਿਹੜੇ ਆ ਗਾਇਕ ਆ 5-4 ਆ ਜੀ, ਕਰਨ ਔਜਲੇ ਦਾ ਗਾਣਾ ਆ ਗਿਆ, ਜਾਂ ਆ ਗਿਆ ਮੀਨ ਸਿੱਧੂ ਮੂਸੇਵਾਲੇ ਦਾ ਆ ਗਿਆ। ਇਹ ਚੀਜ਼ਾਂ ਬੱਚਿਆਂ ਨੂੰ ਪਤਾ ਵਾ, ਸਾਰਾ ਦਿਨ ਬੱਚੇ ਫੋਨ 'ਚ ਰਹਿੰਦੇ ਆ, ਬੱਚੇ ਨੂੰ ਤਾਂ ਕੁਛ ਪਤਾ ਹੀ ਨਹੀਂ। ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਗਗਨਦੀਪ ਕੌਣ ਹੈ, ਕਦੋਂ ਮਰਿਆ, ਕਿਸ ਤਰ੍ਹਾਂ ਮਰਿਆ, ਗਗਨਦੀਪ ਨੇ ਕਿਹੜੇ ਨਾਮਣੇ ਖੱਟੇ ਨੇ। ਹੁਣ ਤੁਸੀਂ ਇਹ ਦੇਖੋ ਵੀ 1990 ਦੇ ਵਿੱਚ ਸਟਾਰਟਿੰਗ 'ਚ ਹੋ ਗਿਆ ਸੀਗਾ ਭਰਾ, 30 ਸਾਲ ਤੋਂ ਖੇਡ ਰਿਹਾ ਸੀਗਾ। 30 ਸਾਲਾਂ ਦੇ ਵਿੱਚ ਕਿਸੇ ਨੂੰ ਆ ਇੰਟਰਵਿਊ ਤੋਂ ਵੱਧ ਪਤਾ ਲੱਗੂ ਦੁਨੀਆ ਨੂੰ। ਆ ਕਈ ਹੁਣ ਤੁਹਾਡੇ ਬੈਡ ਕਮੈਂਟ ਕਰਨਗੇ ਜਿਹੜੇ ਸਰਕਾਰ ਦੇ ਜਿਹਨੂੰ ਰੱਖੇ ਹੋਏ ਆਪਾਂ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਨੁਮਾਇੰਦੇ ਰੱਖੇ ਆ, ਜੋ ਇੰਟਰਵਿਊ ਚੱਲੂਗੀ ਕਈ ਬੈਡ ਕਮੈਂਟ ਕਰਨਗੇ, ਕੋਈ RIP ਲਿਖਣਗੇ, ਕੁਛ ਲਿਖਣਗੇ, ਬਹੁਤ ਮਾੜਾ ਹੈ, ਬਹੁਤ ਮਾੜਾ ਹੈ। ਉਹ ਪੁੱਛ ਕੇ ਤਾਂ ਦੇਖੋ ਮਾਂ ਨੂੰ ਜਿਹਦਾ ਪੁੱਤ ਚਲੇ ਗਿਆ, ਪੁੱਛ ਕੇ ਤਾਂ ਦੇਖੋ ਪਤਨੀ ਨੂੰ ਜਿਹਦਾ ਘਰ ਵਾਲਾ ਚਲੇ ਗਿਆ, ਉਹਨਾਂ ਦੇ ਕੀ ਬੀਤ ਰਹੀ ਹੈ। ਅਸੀਂ ਤਾਂ ਰਿਸ਼ਤੇਦਾਰਾਂ ਚਲੇ ਜਾਵਾਂਗੇ, ਦੁੱਖ ਵਿੱਚ ਵਾਪਸ ਆ ਜਾਵਾਂਗੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੱਟਣੀ ਆ। ਪਰ ਉਹ ਬੱਚੀਆਂ ਦਾ ਕੀ ਫਿਊਚਰ ਹੈ ਜਿਹੜੀਆਂ ਇੰਨੀਆਂ ਛੋਟੀਆਂ ਬੱਚੀਆਂ ਨੇ? ਪਿਤਾ ਨੇ ਕਿੰਨੇ ਸੁਪਨੇ ਦੇਖੇ ਹੋਣੇ ਧੀਆਂ ਨੂੰ ਲੈ ਕੇ, ਧੀਆਂ ਦੀ ਪੜ੍ਹਾਈ ਨੂੰ ਲੈ ਕੇ, ਉਹਨਾਂ ਦੇ ਕਰੀਅਰ ਨੂੰ ਲੈ ਕੇ, ਉਹਨਾਂ ਦੇ ਵਿਆਹ ਨੂੰ ਲੈ ਕੇ, ਉਹ ਅਧੂਰੇ ਰਹਿ ਗਏ ਨੇ ਸੁਪਨੇ। ਉਹ ਜਿਸ ਤਰ੍ਹਾਂ ਬਾਕਸਰ ਸੀ, ਉਹਦੇ ਨਾਲ ਮੀਨਜ਼ ਸਵੇਰੇ ਉੱਠ ਕੇ ਉਹ ਯੋਗਾ ਵੀ ਕਰਦਾ ਸੀ। ਮੈਂ ਤੁਹਾਨੂੰ ਪਿਕਚਰਾਂ ਦਿਖਾ ਦੇਣਾ ਵਾ, ਬੇਟੀ ਆ ਉਹਦੀ ਵੱਡੀ 8 ਸਾਲ ਦੀ, ਤੇ ਯੋਗਾ ਵੀ ਕਰਵਾਉਂਦਾ ਸੀਗਾ। ਸਵੇਰੇ ਉੱਠ ਕੇ 1.5-2 ਘੰਟੇ ਯੋਗੇ ਤੇ ਲਾਉਂਦਾ ਸੀਗਾ ਬਾਕਸਿੰਗ ਦੇ ਨਾਲ। ਇੱਕ ਵਧੀਆ ਖਿਡਾਰੀ ਅਸੀਂ ਹੋ ਚੁੱਕੇ ਹਾਂ, ਠੀਕ ਆ। ਯਾਨੀ ਕਿ ਇੰਨਾ ਕੁ ਦੁੱਖ ਹੋ ਰਿਹਾ ਪਿਛਲੇ 7 ਦਿਨ ਤੋਂ। ਮੇਰੇ ਮੰਮੀ ਪਾਪਾ ਫੌਰਨ ਨੇ, ਉਹ ਆ ਰਹੇ ਆ ਵਾਪਸ। ਜਦੋਂ ਡੈਥ ਦੀ ਸੁਣੀ ਤਾਂ ਇਮੀਡੀਏਟਲੀ ਉਹ ਵਾਪਸ ਆ ਰਹੇ ਆ, ਪਰ ਕਰੋਨਾ ਕਰਕੇ ਟਿਕਟਾਂ ਨਹੀਂ ਮਿਲ ਰਹੀਆਂ। ਪਰ ਟਿਕਟ ਉਹਨਾਂ ਨੂੰ ਜਿਹੜੀ ਕਨਫਰਮ ਹੋਈ ਹੈ, ਵੈਸੇ ਬਾਅਦ ਹੋਈ ਹੈ ਭੋਗ ਤੋਂ ਬਾਅਦ। ਅਸੀਂ 5 ਭੈਣ ਭਰਾ ਅਸੀਂ 4 ਭੈਣ ਭਰਾ ਸਾਡੇ ਮਾਸੀ ਦੇ ਬੱਚੇ ਨੇ, ਅਸੀਂ 9 ਜਾਣੇ ਆ। ਸਾਨੂੰ ਕਦੇ ਸੋਚਿਆ ਵੀ ਨਹੀਂ ਸੀ, ਕਿ ਸੁਪਨੇ 'ਚ ਵੀ ਨਹੀਂ ਸੋਚਿਆ ਵੀ ਸਾਡੇ ਨਾਲ ਆਹ ਕੁਛ ਹੋਊਗਾ। ਸਾਨੂੰ ਝੰਜੋੜ ਕੇ ਰੱਖਦਾ। ਤੁਸੀਂ ਖੁਦ ਦਾ ਦੇਖੋ ਵੀ ਮੇਰਾ ਹੁਣ ਲੈ ਚਲੋ, ਮੇਰਾ ਹੁਣ ਵੀ BP ਹਾਈ ਹੋਇਆ ਹੋਇਆ, ਮੇਰਾ ਹੱਥ ਕੰਬਦੇ ਆ, ਮੈਨੂੰ ਗੱਲ ਕਰਨ ਦੇ ਮੇਰੀ ਆਵਾਜ਼ ਕੰਬਦੀ ਆ ਵੀ ਸਾਡਾ ਭਰਾ ਸਾਡੇ ਵਿੱਚੋਂ ਚਲੇ ਗਿਆ। ਪਰ ਸਰਕਾਰਾਂ ਦੀਆਂ ਆਵਾਜ਼ਾਂ ਨਹੀਂ ਕੰਬਦੀਆਂ। ਇਹ ਝੂਠ ਵੀ ਬੋਲ ਲੈਂਦੇ ਨੇ ਤਾਂ ਵੀ ਆਵਾਜ਼ਾਂ ਨਹੀਂ ਕੰਬਦੀਆਂ, ਗਲਤ ਕੰਮ ਵੀ ਹੋ ਰਿਹਾ ਹੁੰਦਾ ਤਾਂ ਵੀ ਇਹਨਾਂ ਦੇ ਹੱਥ ਨਹੀਂ ਕੰਬਦੇ। ਸਰਕਾਰਾਂ ਦੇ ਸਿਰ ਤੇ ਜੂੰ ਨਹੀਂ ਛਟਕਦੀ। ਉਹਨਾਂ ਨੂੰ ਕੀ ਹੋਇਆ? ਜੇ ਤੁਸੀਂ ਦੇਖਿਆ ਕਿਸੇ MP ਦਾ ਪੁੱਤ ਫੌਜ ਦੇ ਵਿੱਚ ਆ,
ਤੁਸੀਂ ਕਦੇ ਦੇਖਿਆ ਕਿਸੇ ਐਮਐਲਏ ਦਾ, ਕੋਈ ਸਰਕਾਰੀ ਅਫਸਰ ਆ, ਕੋਈ ਬੰਦਾ ਜਿਹੜਾ ਫੌਜ ਦੇ ਵਿੱਚ, ਕਦੇ ਸੁਣਿਆ ਕਿਤੇ ਅੱਜ ਤੱਕ ਵੀ ਫੌਜੀ ਹੈ ਕਿਸੇ ਐਮਪੀ ਦਾ ਜਾਂ ਐਮਐਲਏ ਦਾ ਪੁੱਤ ਜਾਂ ਕਿ ਇਹਨਾਂ ਦਾ ਪੁੱਤ? ਕਦੇ ਇਹਨਾਂ ਦਾ ਤਾਂ ਆਕਸਫੋਰਡ ਯੂਨੀਵਰਸਿਟੀ ਲੰਡਨ ਪੜ੍ਹਦੇ ਆ ਬੱਚੇ, ਇਹਨਾਂ ਨੂੰ ਕੀ ਮਤਲਬ? ਇਹ ਰੋਟੀਆਂ ਸੇਕਦੇ ਆ, ਉਹੋ ਜਿਹੀ ਆਪਣੀ ਜਨਤਾ ਵਾ ਜਿਹੜੀ ਪਿੱਛੇ ਲੱਗ ਜਾਂਦੀ ਇਹਨਾਂ ਦੇ। ਆਉਂਦੇ ਆ 5 ਸਾਲ ਬਾਅਦ ਮੂੰਹ ਦਿਖਾਉਂਦੇ ਆ, ਉਹ ਮੂੰਹ ਦਿਖਾ ਕੇ ਹਾਂਜੀ ਇਲੈਕਸ਼ਨ ਉਦੋਂ ਹੱਥ ਜੋੜਦੇ ਆ, ਪੈਰੀ ਹੱਥ ਲਾਉਂਦੇ ਤੁਹਾਡੇ ਆ ਕੇ ਜੀ ਇੱਦਾਂ ਜੀ ਇੱਦਾਂ, ਲੱਲੇ ਪੱਪੇ ਮਾਰ ਕੇ ਇਹ ਵੋਟਾਂ ਲੈ ਕੇ ਪਰੇ ਹੋ ਜਾਂਦੇ ਆ। ਕਿਸੇ ਵੀ ਲਾ ਲਓ, ਕੋਈ ਵੀ ਗੌਰਮੈਂਟ ਆ, ਚਾਹੇ ਆਪਾਂ 70 ਸਾਲ ਤੋਂ ਆਪਾਂ ਪਾਗਲ ਬਣੇ। ਲੀਡਰ ਤਾਂ ਹਰ ਲੀਡਰ ਦਾ ਹੀ ਹਾਲ ਹੈ, ਲੀਡਰ ਉਹੀ ਵਿਅਕਤੀ ਬਣਦਾ ਹੈ। ਕਹਿੰਦੇ ਆਮ ਲੋਕ, ਇਹ ਸਿਆਣੇ ਵੀ ਕਹਿੰਦੇ ਨੇ ਕਿ ਜਿਹੜਾ ਝੂਠਾ ਉਹ ਲੀਡਰ ਬਣ ਜਾਂਦਾ। ਇੱਕ ਸਿਆਣਾ ਬੰਦਾ ਕਦੀ ਏਦਾਂ ਦੀ ਲਾਈਨ ਚੂਜ਼ ਹੀ ਨਹੀਂ ਕਰਦਾ। ਹਾਂ, ਤੁਸੀਂ ਮਤਲਬ ਸੱਚ ਬੋਲਣ ਦਾ ਤਾਂ ਸਮਾਂ ਹੀ ਹੈ ਨਹੀਂ, ਸਾਫ਼ ਜੀ ਗੱਲ ਆ ਮੇਰੇ ਕੋਲ। ਜੇ ਤੁਸੀਂ ਸੱਚ ਬੋਲੋਗੇ, ਮਤਲਬ ਸੱਚ ਦੇ ਥੋੜਾ ਜਿਹਾ ਕੌੜਾ ਹੁੰਦਾ ਵਾ, ਸੱਚ ਕਹਿਣ ਦਾ ਕਿਸੇ 'ਚ ਜ਼ਮਾਨਾ ਹੀ ਹੈ ਨਹੀਂ। ਜੇ ਕੋਈ ਸੱਚ ਬੋਲਦਾ ਉਹਦੇ ਤੇ ਜਾਂ ਕੋਈ ਅਟੈਕ ਹੋ ਜਾਂਦਾ ਜਾਂ ਕੁਛ ਹੋ ਜਾਂਦਾ ਵਾ। ਲੀਡਰ ਤੇ ਜਿਹੜੀ ਰਾਜਨੀਤੀ ਆ, ਇਹਨਾਂ ਨੇ ਧਰਮ ਤੇ ਰਾਜਨੀਤੀ ਇਕੱਠੀ ਕੀਤੀ ਹੋਈ ਆ, ਠੀਕ ਆ। ਜਿਵੇਂ ਉੱਪਰ ਹੁਕਮ ਹੁੰਦਾ ਉਵੇਂ ਚੱਲੀ ਜਾਂਦਾ ਵਾ। ਹੁਣ ਕਿਸਾਨਾਂ ਵਾਲਾ ਤੁਸੀਂ ਮੁੱਦਾ ਵੇਖ ਲਓ, ਕਿਸਾਨ ਬਿਨਾਂ ਅਸੀਂ ਵੀ ਦੁਕਾਨਦਾਰ ਆ, ਕਿਸਾਨ ਬਿਨਾਂ ਅਸੀਂ ਕਾਹਦੇ ਜੋਗੇ ਆ? ਸਾਡੇ ਚੱਲ ਅਸੀਂ ਬਾਹੀ ਨਹੀਂ ਕਰਦੇ, ਪਰ ਸਾਡੀ ਜ਼ਮੀਰ ਤਾਂ ਜਾਗਦੀ ਆ। ਜੇ ਅਸੀਂ ਅੰਨਦਾਤਾ ਦਾ ਦੁੱਖ ਨਹੀਂ ਸਮਝ ਸਕਦੇ ਤਾਂ ਖਿਡਾਰੀ ਤਾਂ ਬਹੁਤ ਪਿੱਛੇ ਰਹਿ ਜਾਂਦੇ। ਉਹ ਕਈ ਮੀਨਜ਼ ਬੈਠੇ ਆ, ਘਰਾਂ 'ਚ ਬੈਠੇ ਆ, ਮੀਨਜ਼ ਆ ਪਿੰਡਾਂ ਤੁਸੀਂ ਆਲੇ ਲਾ ਲਓ, ਕਹਿੰਦੇ ਆਪਾਂ ਕੀ ਲੈਣਾ, ਆਪਾਂ ਕੀ ਲੈਣਾ। ਕੁਛ ਜਿਹੜੇ ਜਾਗਰੂਕ ਮੁੰਡੇ, ਇਨਕਲਾਬੀ ਹੈਗੇ, ਸੋਚਦੇ ਮੁੰਡੇ, ਉਹ ਅੱਗੇ ਹੋਏ ਆ ਵੀ ਯਾਰ ਕਿਸਾਨ ਆ ਤਾਂ ਸਭ ਕੁਛ ਆ। ਜੇ ਕਿਸਾਨ ਹੀ ਨਹੀਂ, ਫਿਰ ਅਸੀਂ ਵੀ ਕਾਹਦੇ ਜੋਗੇ ਆ? ਜਿਹੜਾ ਵੀ ਕੰਮ ਸਰਕਲ ਚੱਲਦਾ ਵਾ ਕਿਸੇ ਦਾ ਵੀ, ਜੇ ਕਿਸਾਨ ਦੇ ਜੇਬ ਵਿੱਚ 4 ਦਾਣੇ ਹੋਣਗੇ ਜਾਂ 4 ਪੈਸੇ ਹੋਣਗੇ, ਤਾਈਓ ਖਰਚ ਹੋਊਗਾ, ਤਾਈਓ ਸਰਕਲ ਚੱਲੂ। ਮਜ਼ਦੂਰ ਵੀ ਕਿਸਾਨ ਦੇ ਸਿਰ ਤੇ ਹੀ ਆ। ਕਿੰਨੇ ਲੋਕਾਂ ਦਾ ਕੰਮ ਵਪਾਰ ਖਤਮ ਹੋ ਜਾਣਾ ਜੇ ਪੱਧਰ ਨੂੰ ਕਿਸਾਨੀ ਵੱਲ ਦੀ ਗੱਲ ਕਰੀਏ। ਜੇ ਕਿਸਾਨ ਦਾ ਮੰਡੀਕਰਨ ਵਿੱਚ ਨਹੀਂ ਫਸਲ ਸਿੱਟੂਗਾ, ਆੜ੍ਹਤੀਆ ਵਰਗ ਖਰਾਬ ਹੋ ਜਾਊਗਾ, ਮਜ਼ਦੂਰ ਵਰਗ ਖਰਾਬ ਹੋ ਜਾਊਗਾ। ਪਰ ਭੈਣ ਜੀ, ਅਸੀਂ ਬਹੁਤ ਦੁਖੀ ਹਾਂ, ਸਰਕਾਰ ਤੋਂ ਵੀ ਦੁਖੀ ਹਾਂ ਅੱਜ ਦੀ ਡੇਟ ਦੇ ਵਿੱਚ, ਠੀਕ ਆ, ਤੇ ਪ੍ਰਸ਼ਾਸਨ ਤੋਂ ਵੀ ਦੁਖੀ ਹਾਂ ਵੀ ਕੋਈ ਵੀ ਐਮਐਲਏ, ਕੋਈ ਪ੍ਰਸ਼ਾਸਨ ਅਧਿਕਾਰੀ, ਕੋਈ ਵੱਡਾ ਆਫੀਸਰ, ਕੋਈ ਵੀ ਨਹੀਂ ਪਹੁੰਚਿਆ। ਐਡਾ ਵੱਡਾ ਖਿਡਾਰੀ ਤੇ ਇਹ ਕੁਝ ਹੋ ਰਿਹਾ ਹੈ। ਸਮਾਜ ਦੇ ਇਹ ਤਸਵੀਰਾਂ ਦੇਖ ਕੇ, ਸਮਾਜ ਦੇ ਹਾਲਾਤ ਦੇਖ ਕੇ ਸਾਨੂੰ ਵੀ ਓਨਾ ਹੀ ਦੁੱਖ ਹੁੰਦਾ ਜਿੰਨਾ ਆਮ ਵਿਅਕਤੀ ਨੂੰ ਹੁੰਦਾ ਹੈ। ਅਸੀਂ ਸਮਾਜ ਦੇ ਉਹ ਨਾਗਰਿਕ ਹਾਂ ਜਿਹੜੇ ਕਰ ਤਾਂ ਕੁਝ ਨਹੀਂ ਸਕਦੇ, ਜਾਂ ਤਾਂ ਕਲਪ ਲਈਦਾ ਹੈ ਜਾਂ 2 ਅੱਖਰ ਮਾੜੇ ਬੋਲ ਲਈਦੇ ਆ, ਪਰ ਮਿਲਣਾ ਸਾਨੂੰ ਕੁਝ ਨਹੀਂ ਹੈ। ਨਹੀਂ, ਬਿਲਕੁਲ ਤੁਹਾਡੀ ਵੀ ਗੱਲ ਸਹੀ ਹੈ, ਪਰ ਜਿਹੜਾ ਹੁਣ ਮੀਨਜ਼ ਦੁੱਖ ਸਾਡੇ ਪਰਿਵਾਰ ਤੇ ਇਸ ਟਾਈਮ ਆਇਆ ਹੋਇਆ ਵਾ, ਜਾਂ ਸਾਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਵਾ। ਮੈਨੂੰ ਹੁਣ ਵੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰੇ ਦਿਮਾਗ ਵਿੱਚ ਕੁਝ ਹੋਰ ਹੀ ਚੱਲੀ ਜਾਂਦਾ। ਮੈਨੂੰ ਜਵਾਬ ਦਾ ਸਵਾਲ ਕਰ ਰਹੇ ਹੋ, ਮੈਨੂੰ ਜਵਾਬ ਸਹੀ ਢੰਗ ਨਾਲ ਵੀ ਨਹੀਂ ਆ ਰਿਹਾ, ਕਿਉਂਕਿ ਸਾਰਾ ਦਿਨ ਹੁਣ ਤੁਹਾਨੂੰ ਉਹਦੀ ਜਿਵੇਂ ਇੱਥੇ ਆ ਜਾਂਦਾ ਸੀਗਾ। ਇੱਕ ਵਾਰੀ ਤੁਹਾਨੂੰ ਮੈਂ ਹਾਸੇ ਮਜ਼ਾਕ ਦੀ ਗੱਲ ਦੱਸਦਾ ਵਾਂ, ਸਾਡੇ ਕੋਲ ਗਗਨਦੀਪ ਆਇਆ ਹੋਇਆ ਸੀਗਾ ਤੇ ਸ਼ਾਮ ਦਾ ਟਾਈਮ, ਮੈਂ ਕਿਹਾ ਚੱਲ ਵੀਰੇ ਕੀ ਖਾਣਾ? ਕਹਿੰਦਾ ਯਾਰ ਕੋਈ ਚੀਜ਼ ਲਿਆ ਬਾਹਰੋਂ, ਵੀ ਸ਼ਾਮ ਦਾ ਟਾਈਮ ਆ, ਰੋਟੀ ਰੋਕ ਕੇ ਖਾਂਦੇ ਆ। ਮੈਂ ਸ਼ਾਮ ਨਿਊਡਲ ਲੈ ਕੇ ਆਇਆ ਸੀਗਾ, ਮਨਚੂਰੀਅਨ ਵਗੈਰਾ ਲੈ ਕੇ ਆਇਆ ਸੀ, ਹੋਰ ਸਮਾਨ ਸੀਗਾ। ਆਹੀ ਟੇਬਲ ਦੇ ਉੱਤੇ ਬੈਠੇ ਸੀ, ਆਹ ਟੇਬਲ ਦੇ ਉੱਪਰ ਬੈਠ ਕੇ 3 ਪਲੇਟਾਂ ਲਾਤੀਆਂ। ਆਪਣੀ ਸ਼ੌਪ ਆ ਕਰਿਆਨੇ ਦੀ, ਮੈਂ ਸ਼ੌਪ ਤੇ ਚਲੇ ਗਿਆ। ਮੈਂ ਕਿਹਾ ਤੁਸੀਂ ਵੀਰੇ ਲਓ, ਮੈਂ ਸ਼ੌਪ ਕਲੋਜ਼ ਕਰਕੇ ਆਇਆ। ਤੇ 10 ਕੁ ਮਿੰਟ ਮੈਨੂੰ ਸ਼ੌਪ ਤੇ ਲੱਗ ਕੇ ਮੈਂ ਮੁੜ ਕੇ ਆ ਕੇ ਦੇਖਿਆ ਉਹ ਟੇਬਲ। ਮੈਂ ਕਿਹਾ ਯਾਰ ਵੀਰੇ ਇੱਥੇ ਸਮਾਨ ਪਿਆ ਸੀ। ਕਹਿੰਦਾ ਯਾਰ ਪਤਾ ਨਹੀਂ ਕਿੱਥੇ ਚਲੇ ਗਿਆ, ਮੈਨੂੰ ਕਹਿੰਦਾ ਸਮਾਨ ਹਾਸੇ 'ਚ ਗਿਆ। ਮੈਂ ਕਿਹਾ ਹੁਣ ਤਾਂ ਮੈਂ ਰੱਖ ਕੇ ਗਿਆ ਸੀਗਾ। ਉਹਦੀ ਖੁਰਾਕ ਡਾਈਟ ਇੰਨੀ ਸੀ, ਉਹ ਸਾਰੀਆਂ ਪਲੇਟਾਂ ਖਾਲੀ ਕਰ ਗਿਆ ਸੀਗਾ। ਤੇ ਉਹ ਮੈਂ ਫਿਰ ਪੁੱਛਿਆ, ਮੈਂ ਕਿਹਾ ਵੀਰੇ, ਕਹਿੰਦਾ ਯਾਰ ਗੁੰਮ ਗਿਆ ਹੋਊਗਾ, ਮੈਨੂੰ ਤਾਂ ਪਤਾ ਨਹੀਂ, ਤੂੰ ਪਾ ਕੇ ਹੀ ਨਹੀਂ ਗਿਆ ਮੈਨੂੰ। ਕਹਿੰਦਾ ਫਿਰ ਉਸ ਤੋਂ ਬਾਅਦ ਜਦੋਂ ਉਹਦੇ ਮੂੰਹ ਤੇ ਕੁਛ ਲੱਗਿਆ ਸੀਗਾ, ਮੈਂ ਕਿਹਾ ਤੇਰੇ ਸਾਹਮਣੇ ਤਾਂ ਕੁਛ ਤੁਸੀਂ ਲੈ ਲਿਆ ਸਾਰਾ ਕੁਛ? ਕਹਿੰਦਾ ਹਾਂ। ਫਿਰ ਚੱਲ ਹੋਰ ਲਿਆ। ਫਿਰ ਮੈਂ ਉਹ ਮੈਨੂੰ ਅੱਜ ਵੀ ਜਿੱਤਿਆ। ਫਿਰ ਮੈਂ ਹੋਰ ਸਮਾਨ ਲੈ ਕੇ ਫਿਰ ਅਸੀਂ ਇਕੱਠਿਆਂ ਨੇ ਖਾਧਾ ਵੀ, ਤਾਂ ਫਿਰ ਉਹਦੀ ਉਨੀ ਡਾਈਟ ਸੀਗੀ, ਯਾਨੀ ਕਿ ਨਸ਼ੇ ਪੱਤੇ ਤੋਂ ਬਹੁਤ ਦੂਰ ਸੀਗਾ। ਕਈ ਹੁਣ ਕਹਿਣਗੇ ਵੀ ਜੀ ਉਹ ਜਿਹੜੇ ਅਟੈਕ ਹੋ ਰਿਹਾ ਵਾ ਵੀ ਖਿਡਾਰੀਆਂ ਦੇ ਨਾਲ ਨਸ਼ਿਆਂ ਦੀਆਂ ਕਹਾਣੀਆਂ ਆਮ ਹੋ, ਇਹ ਤੋਂ ਬਹੁਤ ਦੂਰ ਸੀ ਮੇਰਾ ਭਰਾ। 30 ਸਾਲਾਂ ਦੇ ਵਿੱਚ ਕੋਈ ਨਸ਼ਾ ਕਰਕੇ ਕੋਈ ਵੱਧ ਤੋਂ ਵੱਧ ਕੋਈ 5 ਸਾਲ 7 ਸਾਲ 10 ਸਾਲ ਜਵਾਨ ਹੋਊਗਾ, ਤੇ ਉਸ ਤੋਂ ਵੱਧ ਕੋਈ ਖੇਡ ਨਹੀਂ ਖੇਡ ਸਕਦਾ। 30 ਸਾਲ ਤੋਂ ਬਿਨਾਂ ਨਸ਼ੇ ਤੋਂ ਖੇਡ ਰਿਹਾ ਸੀਗਾ। ਗਗਨਦੀਪ, ਜਿਸਨੇ ਅਣਗਿਣਤ ਉਪਲਬਧੀਆਂ ਹਾਸਲ ਕੀਤੀਆਂ ਨੇ ਬਾਕਸਿੰਗ ਦੇ ਵਿੱਚ, ਮੁੱਕੇਬਾਜ਼ੀ ਦੇ ਵਿੱਚ, ਗਗਨਦੀਪ ਨੇ 30 ਸਾਲ ਦਿੱਤੇ ਨੇ। ਤੇ ਜਦੋਂ 40 ਸਾਲ ਦੀ ਉਮਰ ਦੇ ਵਿੱਚ ਗਗਨਦੀਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ, ਤਾਂ ਉਸ ਤੋਂ ਬਾਅਦ ਉਹ ਸਰਕਾਰਾਂ, ਬਿਲਕੁਲ ਠੀਕ ਕਿਹਾ ਤੁਸੀਂ ਕਿ ਸ਼ਾਇਦ ਸਾਡੇ ਲੀਡਰਾਂ ਨੂੰ ਨਹੀਂ ਪਤਾ ਹੋਣੇ, ਜਿਹੜੇ 5 ਟੌਪ ਦੇ ਬਾਕਸਰ ਨੇ ਉਹਨਾਂ ਦੇ ਨਾਮ ਨਹੀਂ ਪਤਾ ਹੋਣੇ। ਬਹੁਤ ਸਾਰੇ ਖਿਡਾਰੀਆਂ ਦੀਆਂ ਜਾਨਾਂ ਗਈਆਂ ਨੇ, ਚਾਹੇ ਉਹ ਕਬੱਡੀ ਖਿਡਾਰੀ ਹੋਵੇ, ਚਾਹੇ ਉਹ ਬਾਕਸਿੰਗ ਦੇ ਨਾਲ ਜੁੜਿਆ ਹੋਵੇ। ਬਹੁਤ ਸਾਰੀਆਂ ਖੇਡਾਂ ਨੇ ਜਿਨ੍ਹਾਂ ਦੇ ਨਾਲ ਜੁੜੇ ਖਿਡਾਰੀ ਹੋਣ, ਉਹਨਾਂ ਦੀਆਂ ਜਾਨਾਂ ਗਈਆਂ ਹੋਣੀਆਂ ਨੇ, ਪਰ ਸਰਕਾਰਾਂ ਨਹੀਂ ਸਾਰ ਲੈਂਦੀਆਂ। ਇਹ ਕੌੜਾ ਸੱਚ ਹੈ। ਇਹ ਖਿਡਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੂਬੇ ਦਾ, ਦੇਸ਼ ਦਾ ਨਾਮ ਰੋਸ਼ਨ ਕਰੇ, ਪਰ ਇੰਨੇ ਕੁ ਥੈਂਕਲੈਸ ਹੋ ਜਾਂਦੇ ਨੇ ਸਾਡੇ ਲੀਡਰਸ, ਇੰਨੇ ਕੁ ਥੈਂਕਲੈਸ ਹੋ ਜਾਂਦੀਆਂ ਨੇ ਸਾਡੀਆਂ ਸਰਕਾਰਾਂ। ਇਹ ਦੇਖ ਕੇ ਅੱਜ ਇੱਕ ਵਾਰ ਫਿਰ ਤੋਂ ਸ਼ਰਮ ਆਈ ਆਪਣੇ ਆਪ ਨੂੰ ਇਸ ਸਮਾਜ ਦਾ, ਇਸ ਦੇਸ਼ ਦਾ ਹਿੱਸਾ ਅਖਵਾਉਂਦੇ ਹੋਏ। ਪਰ ਉਮੀਦ ਜ਼ਰੂਰ ਕਰਾਂਗੇ ਕਿ ਇਹ ਇੰਟਰਵਿਊ ਨਸ਼ਰ ਹੋਣ ਤੋਂ ਬਾਅਦ, ਇਹਨਾਂ ਨੂੰ ਸੁਣਨ ਤੋਂ ਬਾਅਦ ਸ਼ਾਇਦ ਸਰਕਾਰਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚੇ, ਉਹਨਾਂ ਦੀਆਂ ਅੱਖਾਂ ਖੁੱਲਣ ਤੇ ਗਗਨਦੀਪ ਦੇ ਪਰਿਵਾਰ ਦੀ ਸਾਰ ਲਈ ਜਾਏ।
ਕੈਮਰਾਮੈਨ ਗਗਨ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਪਿੰਡ ਜੰਗਪੁਰ, ਲੁਧਿਆਣਾ।